ਰਵਿੰਦਰ ਸਿੰਘ ਬਾਠ ਜੀ ਦੁਆਰਾ ਅਨੁਵਾਦਿਤ ਕੀਤਾ ਹੋਇਆ ਤਹਿਮੀਨਾ ਦੁਰਾਨੀ ਦਾ ਨਾਵਲ ਕੁਫਰ ਭਾਗ 5ਵਾਂ ਬੰਧਨ ਮੁਕਤ। ਇਹ ਦੂਸਰਾ ਸਾਲ ਸੀ, ਦੂਸਰਾ ਸਾਉਣ ਸੀ। ਮੀਂਹ ਦਾ ਪਾਣੀ ਸੁੱਕੀ ਮਿੱਟੀ ਨਾਲ ਮਿਲ ਕੇ ਚਾਰੇ ਪਾਸੇ ਇੱਕ ਵਹਿਸ਼ੀ ਸੌਂਦੀ ਖੁਸ਼ਬੂ, ਜਿਸ ਨੂੰ ਬਿਆਨ ਕਰਨਾ ਮੁਸ਼ਕਲ ਸੀ, ਪੈਦਾ ਕਰ ਰਿਹਾ ਸੀ। ਅਤੇ ਇਸ ਮਹਿਕ ਦੇ ਨਾਲ ਹੀ ਮੈਂ ਜਿਵੇਂ ਰੁੱਖ ਤੇ ਬੈਠੀ ਇੱਕ ਚਿੜੀ ਬਣ ਗਈ। ਮੈਂ ਦੂਰ ਦੂਰ ਤੱਕ ਉਡਾਨ ਭਰਨ ਲੱਗੀ। ਮੇਰੇ ਪਿੰਡ ਤੋਂ ਪਰੇ, ਮੇਰੇ ਮੁਲਕ ਤੋਂ ਪਾਰ, ਸਮੁੰਦਰਾਂ ਅਤੇ ਪਹਾੜਾਂ ਤੋਂ ਉੱਪਰ, ਜਿੱਥੇ ਹਵਾਈ ਜਹਾਜ਼ ਉੱਡਦੇ ਸਨ, ਚਿੜੀਆਂ ਜਾਂਦੀਆਂ, ਉੱਥੇ ਕਹਾਣੀਆਂ ਸਨ, ਤਸਵੀਰਾਂ ਸਨ ਤੇ ਲੋਕ ਸਨ। ਮੈਂ ਵੇਖਿਆ ਕਿ ਰਾਤ ਤੇ ਚੰਦ ਦਾ ਰਾਜ ਹੈ, ਦਿਨ ਤੇ ਸੂਰਜ ਚਮਕ ਰਿਹਾ ਹੈ। ਇਹ ਵੇਖ ਕੇ ਹੈਰਾਨੀ ਹੋਈ ਕਿ ਸੂਰਜ ਦੇ ਅਸਰ ਦਾ ਦਾਇਰਾ ਚੰਦ ਤੋਂ ਵੱਡਾ ਸੀ। ਫਿਰ ਵੀ ਦੋਵੇਂ ਮਿਲ ਕੇ ਇੱਕ ਹੀ ਦੁਨੀਆ ਤੇ ਰਾਜ ਕਰਦੇ ਸਨ। ਸ਼ਾਮ ਦੇ ਖੁਸ਼ਮੁਸੇ ਵਿੱਚ ਮੈਂ ਉਹਨਾਂ ਸ਼ਾਨਦਾਰ ਰੰਗਾਂ ਦਾ ਤਸੱਵਰ ਕਰਦੀ ਜੋ ਕਿਤੇ ਦੂਰ ਅਸਮਾਨ ਵਿੱਚ ਖਿਲਰੇ ਹੋਏ ਸਨ, ਅਤੇ ਉਹ ਸਾਰੇ ਸੁਪਨੇ ਜੋ ਮੈਂ ਕਦੇ ਵੇਖੇ ਸਨ ਕਿਤੇ ਦੂਰ ਜਾ ਕੇ ਫਿੱਕੇ ਪੈ ਗਏ ਸਨ। ਇੱਥੇ ਸਿਰਫ ਸੂਰਜ ਡੁੱਬਾ ਸੀ। ਨਿਢਾਲ ਪਰਛਾਵੇਂ ਮੇਰੀ ਚਕੋਰ ਦੁਨੀਆ ਵਿੱਚ ਸਮਾਉਣ ਲੱਗੇ। ਜਦ ਅਸੀਂ ਵਿਹੜੇ ਵਿੱਚ ਸੌਂਦੇ, ਮੈਂ ਤਰੇਲ ਵਿੱਚ ਭਿੱਜੀ ਹੋਈ ਉੱਠਦੀ। ਜਦ ਹਰ ਕੋਈ ਹੱਡੀਆਂ ਵਿੱਚ ਦਰਦ ਦੀ ਸ਼ਿਕਾਇਤ ਕਰਦਾ, ਸ਼ਬਨਮੀ ਬੂੰਦਾਂ ਨੂੰ ਮੈਂ ਆਪਣੇ ਜਿਸਮ ਤੇ ਰਗੜਦੀ। ਸਰਦੀਆਂ ਵਿੱਚ ਸੂਰਜ ਦੀਆਂ ਤਿੱਖੀਆਂ ਕਿਰਨਾਂ ਠੰਡਕ ਨੂੰ ਚੀਰ ਦਿੰਦੀਆਂ ਤੇ ਮੇਰਾ ਬਦਰੰਗ ਘਰ ਜਗਮਗਾਉਣ ਲੱਗ ਪੈਂਦਾ। ਕੱਪੜੇ ਅਤੇ ਸਫੇਦ ਚਾਦਰਾਂ ਚਮਕਣ ਲੱਗਦੀਆਂ। ਟਿਊਬਵੈੱਲ ਦੇ ਪਾਣੀ ਨਾਲ ਭਰੀਆਂ ਔਰਤਾਂ ਦੀਆਂ ਢਾਕਾਂ ਤੇ ਟਿਕੀਆਂ ਪਿੱਤਲ ਅਤੇ ਤਾਂਬੇ ਦੀਆਂ ਚਮਕਦੀਆਂ ਗਾਗਰਾਂ ਰੌਸ਼ਨੀ ਵਿੱਚ ਬਿਜਲੀ ਵਾਂਗ ਚਮਕਣ ਲੱਗਦੀਆਂ। ਮੈਂ ਕੁਦਰਤ ਦੇ ਪਿਆਰ ਦੀ ਪਕੜ ਵਿੱਚ ਆ ਜਾਂਦੀ ਰਹੀ ਸਾਂ। ਪਿਆਰ ਕਰਨ ਨੂੰ ਹੋਰ ਕੁਝ ਹੈ ਵੀ ਨਹੀਂ ਸੀ। ਜੋ ਕੁਝ ਮੈਂ ਬਾਹਰ ਨਹੀਂ ਸੀ ਵੇਖ ਸਕੀ, ਉਹ ਹੁਣ ਮੇਰੀ ਕੈਦ ਦੀ ਚਾਰ ਦੀਵਾਰੀ ਦੇ ਅੰਦਰ ਸਾਹਮਣੇ ਆ ਰਿਹਾ ਸੀ। ਮੈਂ ਇਸ ਨੂੰ ਅੱਲਾਹ ਤਾਲਾ ਦੀ ਦੁਨੀਆ, ਇੱਕ ਐਸੀ ਦੁਨੀਆ ਦੀ ਉਡਾਨ ਭਰਨੀ ਕਹਿੰਦੀ ਸਾਂ ਜੋ ਉਸ ਦੇ ਚਾਰੇ ਪਾਸੇ, ਉਸ ਦੇ ਉੱਪਰ ਅਤੇ ਹੇਠਾਂ ਮੌਜੂਦ ਸੀ, ਜਿਸ ਨੂੰ ਮੇਰੇ ਸ਼ੌਹਰ ਨੇ ਬਣਾਇਆ ਸੀ। ਮੈਂ ਜਦ ਵੀ ਕੋਸ਼ਿਸ਼ ਕਰਦੀ, ਸੂਰਜ ਦੀ ਰੌਸ਼ਨੀ ਨੂੰ ਅਤੇ ਕਦੀ ਚੰਦ ਦੀ ਚਾਂਦਨੀ ਨੂੰ ਆਪਣੀ ਮੁੱਠ ਵਿੱਚ ਭਰ ਲੈਂਦੀ ਸਾਂ ਅਤੇ ਖੁਸ਼ੀ ਵਿੱਚ ਨੱਚ ਉੱਠਦੀ। ਮੈਂ ਬਾਰਿਸ਼ ਵਿੱਚ ਖੜੀ ਰਹਿੰਦੀ ਜੋ ਦੂਰ ਮਾਂ ਦੀ ਛੱਤ ਤੇ ਵੀ ਹੁੰਦੀ ਸੀ, ਅਤੇ ਸੂਰਜ ਦੇ ਉੱਗਣ ਅਤੇ ਡੁੱਬਣ ਨੂੰ ਹਰ ਕਿਸੇ ਦੇ ਨਾਲ ਮਹਿਸੂਸ ਕਰਦੀ। ਰਾਤ ਨੂੰ ਅਤੇ ਤਾਰਿਆਂ ਨੂੰ ਉਸੇ ਤਰ੍ਹਾਂ ਵੇਖਦੀ ਜਿਵੇਂ ਦੂਸਰੇ। ਲੇਕਿਨ ਖੁੱਲੀਆਂ ਅੱਖਾਂ ਦੇ ਸੁਪਨੇ ਵੇਖਦੇ ਵੇਖਦੇ ਮੇਰੀਆਂ ਉਂਗਲਾਂ ਵਿੱਚੋਂ ਤਿਲਕ ਜਾਂਦੇ। ਉਮੀਦ ਤੋਂ ਖਾਲੀ ਸੁਪਨਿਆਂ ਦੀ ਜ਼ਿੰਦਗੀ ਥੋੜ੍ਹ ਚਿਰੀ ਸੀ। ਮੇਰੇ ਦੂਜੇ ਬੱਚੇ ਦੇ ਜਨਮ ਦੇ ਨਜ਼ਦੀਕ ਦਿਨ ਆ ਰਹੇ ਸਨ, ਲੇਕਿਨ ਇਸ ਵਾਰ ਉਸ ਨਾਲ ਉਮੀਦਾਂ ਨਹੀਂ ਸਨ ਜੁੜੀਆਂ। ਉਦਾਸੀ ਅਤੇ ਅਨਿਸ਼ਚਿਤਤਾ ਸੀ। ਜਦ ਮੇਰੀ ਪਹਿਲੀ ਬੇਟੀ ਪੈਦਾ ਹੋਈ, ਲੜਕੀ ਦੇ ਪੈਦਾ ਹੋਣ ਤੇ ਪੀਰ ਸਾਈਂ ਦੀ ਨਾਰਾਜ਼ਗੀ ਦੇ ਖੌਫ ਕਰਕੇ ਮੈਂ ਆਪਣੀ ਚੀਕ ਨੂੰ ਰੋਕਣ ਲਈ ਆਪਣੇ ਮੂੰਹ ਵਿੱਚ ਕੱਪੜਾ ਤੁੰਨ ਲਿਆ। ਉਸਨੇ ਪੋਟਲੀ ਤੇ ਨਜ਼ਰ ਤੱਕ ਨਹੀਂ ਮਾਰੀ। ਉਹਦੇ ਲਈ ਉਹ ਹਮੇਸ਼ਾ ਪੋਟਲੀ ਹੀ ਰਹੇਗੀ। ਜਨਮ ਤੋਂ ਹੀ ਪਰਦੇ ਵਿੱਚ ਰਹਿਣ ਨੂੰ ਮਜਬੂਰ ਉਹ ਭਾਗੀ ਆਪਣੀ ਮੌਤ ਤੱਕ ਕੈਦ ਵਿੱਚ ਹੀ ਬਣੀ ਰਹੇਗੀ। ਮੈਂ ਉਸਨੂੰ ਉਹ ਦੁਨੀਆ ਵਿਖਾਉਣਾ ਚਾਹੁੰਦੀ ਸਾਂ ਜਿਸ ਨੂੰ ਉਹ ਕਦੇ ਵੇਖ ਨਹੀਂ ਸਕੇਗੀ। ਉਸ ਨੂੰ ਉਸ ਦੁਨੀਆ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਸਾਂ ਜਿਸ ਵਿੱਚ ਮੈਂ ਰੋਜ਼ ਉਡਾਨ ਭਰਦੀ ਸਾਂ। ਮੈਂ ਉਸ ਨੂੰ ਪਰਿੰਦਿਆਂ ਵਰਗੇ ਖੰਭ ਦੇਣਾ ਚਾਹੁੰਦੀ ਸਾਂ ਅਤੇ ਹਵਾ ਵਰਗੀ ਰਫ਼ਤਾਰ। ਮਾਂ, ਛਿਟਕੀ ਤੇ ਨੰਨੀ ਆਈਆਂ ਸਨ। ਮਾਂ ਨੇ ਜਦ ਪੁੱਛਿਆ, ਹੁਣ ਖੇਡਣ ਲਈ ਤੇਰੇ ਕੋਲ ਗੁੱਡੀ ਵਰਗੀ ਬੱਚੀ ਆ ਗਈ ਹੈ, ਹੁਣ ਤਾਂ ਖੁਸ਼ ਹੈ ਨਾ? ਤਾਂ ਮੈਂ ਉਸ ਨੂੰ ਇੱਥੋਂ ਤੱਕ ਦੱਸਣ ਲਈ ਰਾਜੀ ਨਹੀਂ ਸਾਂ ਕਿ ਮੇਰੇ ਕੋਲ ਖੇਡਣ ਨੂੰ ਵਕਤ ਕਿੱਥੇ ਹੈ। ਮਾਂ ਨੇ ਛਿਟਕੀ ਅਤੇ ਨੰਨੀ ਦੀਆਂ ਸ਼ਾਦੀਆਂ ਦੀ ਗੱਲਬਾਤ ਬਾਰੇ ਦੱਸਿਆ, ਵੀਰ ਦੇ ਬਾਰੇ ਦੱਸਿਆ ਕਿ ਸਕੂਲ ਵਿੱਚ ਉਸ ਦੀ ਪੜ੍ਹਾਈ ਚੰਗੀ ਨਹੀਂ ਚੱਲ ਰਹੀ, ਅਤੇ ਘਰ ਬਾਹਰ ਦੇ ਬਾਕੀ ਮਸਲਿਆਂ ਦਾ ਜ਼ਿਕਰ ਕੀਤਾ। ਮੈਂ ਨਾ ਕੁਝ ਸੁਣਿਆ, ਨਾ ਜਵਾਬ ਦਿੱਤਾ। ਮੇਰੀਆਂ ਭੈਣਾਂ ਵੱਡੀਆਂ ਹੋ ਕੇ ਖੂਬਸੂਰਤ ਜਵਾਨ ਔਰਤਾਂ ਬਣ ਗਈਆਂ ਸਨ। ਛਿਟਕੀ ਹਵਾ ਵਿੱਚ ਉੱਡਦੀ ਪਰੀ ਲੱਗਦੀ ਸੀ, ਆਪਣੀਆਂ ਗੋਲ ਅਤੇ ਵੱਡੀਆਂ ਵੱਡੀਆਂ ਅੱਖਾਂ ਨਾਲ ਹਵਾ ਦੇ ਬੁੱਲੇ ਵਾਂਗ ਤੁਰਦੀ। ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਜ਼ਿੰਦਗੀ ਦੀ ਪਰਵਾਹ ਹੀ ਨਾ ਹੋਵੇ। ਨੰਨੀ ਦੀ ਰੰਗਤ ਸਾਟਨ ਵਾਂਗ ਸੀ। ਗੁਲਾਬ ਦੀਆਂ ਪੰਖੜੀਆਂ ਵਰਗੇ ਬੁੱਲ ਚੁੰਬਕ ਵਰਗੀ ਖਿੱਚ ਰੱਖਦੇ ਸਨ, ਅਤੇ ਉਸ ਦੀ ਆਵਾਜ਼ ਮੋਹ ਲੈਣ ਵਾਲੀ ਸੀ। ਮੈਂ ਜਾਣਦੀ ਸਾਂ ਕਿ ਮਾਂ ਨੇ ਉਹਨਾਂ ਨੂੰ ਮੇਰੀ ਜ਼ਿੰਦਗੀ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਸੀ, ਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਵੀ ਇਹ ਸਭ ਭੁਗਤਣਾ ਪਵੇਗਾ। ਉਹ ਪਰੇਸ਼ਾਨ ਨਹੀਂ ਸਨ। ਉਹ ਜ਼ਿੰਦਗੀ ਦੀਆਂ ਉਮੀਦਾਂ ਨਾਲ ਵੱਧ ਫੁੱਲ ਰਹੀਆਂ ਸਨ।
जद कि मैं 18 साल ਵਿੱਚ ਸਤਾਈ ਹੋਈ ਨੌਕਰਾਣੀ ਬਣ ਕੇ ਢਲ ਚੁੱਕੀ ਸਾਂ। ਕੋਈ ਜਵਾਨੀ ਨਹੀਂ, ਕੋਈ ਪਿਆਰ ਨਹੀਂ, ਕੋਈ ਉਮੀਦ ਨਹੀਂ। ਛਿਟਕੀ ਅਤੇ ਨੰਨੀ ਮਾਂ ਦੀ ਨਕਲ ਉਤਾਰਦੀਆਂ ਅਸਲੀ ਘਿਓ ਹੈ ਮੇਰੀ ਬੇਟੀ ਦੀਆਂ ਆਪਣੀਆਂ ਗਾਵਾਂ ਦੇ ਦੁੱਧ ਵਿੱਚੋਂ ਕੱਢਿਆ ਹੋਇਆ। ਉਹਨਾਂ ਦੇ ਕੋਲ ਇੰਨਾ ਫਾਲਤੂ ਦੁੱਧ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਇੰਨੀਆਂ ਜ਼ਿਆਦਾ ਗਾਵਾਂ ਹਨ। ਨੌਕਰ ਚਾਕਰ ਬਹੁਤ ਦੂਰੋਂ ਸਾਡੇ ਲਈ ਦੁੱਧ ਦੇ ਪੀਪੇ ਲਿਆਉਂਦੇ ਅਤੇ ਅਸੀਂ ਮੁਰਗੇ ਦੀ ਵਾਂਗ ਦੇਣ ਤੋਂ ਪਹਿਲਾਂ ਹੀ ਪੀ ਲੈਂਦੇ ਹਾਂ। ਮਾਂ ਸ਼ਰਤੀਆ ਹੀ ਬਦਾਮੀ ਆਟੇ, ਖੰਡ ਅਤੇ ਚੌਲਾਂ ਦੀ ਨੁਮਾਇਸ਼ ਕਰਦੀ ਹੋਵੇਗੀ। ਉਹਨਾਂ ਬਹੁਤ ਸਾਰੇ ਨਵੇਂ ਲੋਕਾਂ ਤੇ ਰੋਹ ਪਾਉਣ ਦੇ ਲਈ ਉਹ ਕਹਾਣੀਆਂ ਕਿੱਸੇ ਘੜਦੀ ਹੋਵੇਗੀ ਜੋ ਮੇਰੇ ਜ਼ਿਬਾ ਹੋਣ ਦੇ ਬਾਅਦ ਬਣੇ ਸਨ। ਮੈਂ ਸੋਚ ਰਹੀ ਸਾਂ। ਛਿਟਕੀ ਨੇ ਉਲਾਮਾ ਦਿੱਤਾ, ਆਪਾ ਤੂੰ ਘਰ ਕਿਉਂ ਨਹੀਂ ਆਈ? ਹੁਣ ਤੂੰ ਕਿਉਂ ਨਹੀਂ ਚੱਲ ਸਕਦੀ? ਅਸੀਂ ਤੁਹਾਡੇ ਨਾਲ ਕੁਝ ਵਕਤ ਕਿਉਂ ਨਹੀਂ ਗੁਜ਼ਾਰ ਸਕਦੀਆਂ? ਮੇਰੀ ਜਗ੍ਹਾ ਮਾਂ ਨੇ ਫੌਰਨ ਜਵਾਬ ਦਿੱਤਾ, ਮੈਂ ਸੈਂਕੜੇ ਵਾਰ ਕਿਹਾ ਹੈ ਕਿ ਹੀਰ ਹੁਣ ਇੱਕ ਸ਼ਾਦੀशुदा ਔਰਤ ਹੈ। ਹੁਣ ਉਸ ਦੀ ਜ਼ਿੰਦਗੀ ਸਾਡੇ ਵਰਗੀ ਨਹੀਂ। ਉਸ ਦੇ ਨੌਕਰਾਂ ਚਾਕਰਾਂ ਲਈ ਸਾਨੂੰ ਨਵੇਂ ਕਮਰੇ ਬਣਾਉਣੇ ਪੈਣਗੇ। ਮਾਂ ਹੱਸਣ ਲੱਗੀ, ਪਰ ਮੇਰੀਆਂ ਭੈਣਾਂ ਨਹੀਂ ਹੱਸੀਆਂ। ਨੰਨੀ ਹੈਰਾਨੀ ਨਾਲ ਬੋਲੀ, ਕੀ ਅਸੀਂ ਤੁਹਾਨੂੰ ਚੰਗੇ ਨਹੀਂ ਲੱਗਦੇ ਆਪਾ? ਤੇ ਫਿਰ ਮੇਰੀਆਂ ਦੋਵੇਂ ਭੈਣਾਂ ਜ਼ੋਰ-ਜ਼ੋਰ ਦੀ ਰੋਣ ਲੱਗੀਆਂ। ਮਾਂ ਸਾਨੂੰ ਤੇਰੇ ਕੋਲ ਰੁਕਣ ਕਿਉਂ ਨਹੀਂ ਦਿੰਦੀ? ਮਿਹਰਬਾਨੀ ਕਰਕੇ ਸਾਨੂੰ ਆਪਣੇ ਕੋਲ ਰੁਕਣ ਦੇਵੋ ਨਾ ਆਪਾ, ਮਾਂ ਨੇ ਖਿੱਚ ਕੇ ਕਿਹਾ। ਮੈਂ ਤੁਹਾਨੂੰ ਨਹੀਂ ਰੁਕਣ ਦੇਵਾਂਗੀ। ਤੁਹਾਡੀ ਭੈਣ ਦੇ ਸਿਰ ਤੇ ਵੈਸੇ ਵੀ ਢੇਰ ਸਾਰੀਆਂ ਜ਼ਿੰਮੇਵਾਰੀਆਂ ਹਨ। ਇਹ ਸਭ ਚੱਲਦਾ ਰਿਹਾ ਅਤੇ ਮੇਰਾ ਦਿਲ ਬਾਰ-ਬਾਰ ਟੁੱਟਦਾ ਰਿਹਾ। ਆਪਣੇ ਖਾਨਦਾਨ ਲਈ ਮੇਰੇ ਕੋਲ ਬਹੁਤ ਘੱਟ ਵਕਤ ਸੀ, ਇੰਨਾ ਵੀ ਕਾਫੀ ਸੀ। ਚੀਲ ਮੈਨੂੰ ਇਹ ਕਦੇ ਭੁੱਲਣ ਨਹੀਂ ਸੀ ਦਿੰਦੀ ਕਿ ਮੈਂ ਕਿੱਥੇ ਹਾਂ। ਮੈਂ ਆਪਣੀ ਮਾਂ ਅਤੇ ਭੈਣਾਂ ਦੇ ਮਾਮਲੇ ਵਿੱਚ ਉਨੀ ਹੀ ਚੁਕੰਨੀ ਸੀ ਜਿੰਨੀ ਕਿ ਆਪਣੀ ਕੈਦ ਨੂੰ ਲੈ ਕੇ। ਮਾਂ ਨੇ ਇਸ ਗੱਲ ਤੇ ਵੀ ਆਪਣੀ ਰਾਏ ਦਿੱਤੀ, ਤੁਹਾਡੀ ਭੈਣ ਇੱਕ ਮਜ਼ਹਬੀ ਰਹਿਨੁਮਾ ਦੀ ਬੀਵੀ ਅਤੇ ਉਸਦੇ ਬੱਚੇ ਦੀ ਮਾਂ ਹੈ। ਹੁਣ ਉਹ ਉਨੀ ਬੇਫਿਕਰ ਕਿਵੇਂ ਰਹਿ ਸਕਦੀ ਹੈ ਜਿਵੇਂ ਉਹ ਬਚਪਨ ਵਿੱਚ ਸੀ? ਮਾਂ ਮੇਰੀ ਤਾਰੀਫ ਕਰਦੀ ਨਹੀਂ ਸੀ ਥੱਕਦੀ ਅਤੇ ਬਾਰ-ਬਾਰ ਕਹਿੰਦੀ, ਤੇਰੇ ਅੱਬਾ ਹੁੰਦੇ ਤਾਂ ਤੇਰੇ ਤੇ ਕਿੰਨਾ ਮਾਣ ਕਰਦੇ। ਉਹ ਤੈਨੂੰ ਠੀਕ ਇਸੇ ਤਰ੍ਹਾਂ ਵੇਖਣ ਦੀ ਖੁਆਇਸ਼ ਰੱਖਦੇ ਸਨ। ਉਸ ਦੀ ਨਜ਼ਰ ਵਿੱਚ ਮੈਂ ਨਹੀਂ, ਮੇਰੇ ਕੱਪੜੇ ਰਹਿੰਦੇ। ਹਰ ਕਿਸੇ ਦੇ ਧਿਆਨ ਉਹ ਇਸੇ ਕਰਕੇ ਖਿੱਚਦੀ, ਜਰਾ ਇਸ ਕੱਪੜੇ ਨੂੰ ਤਾਂ ਵੇਖੋ, ਜਰਾ ਚੋਹੋ ਤਾਂ ਸਹੀ, ਮਲਾਈ ਵਰਗਾ ਲੱਗਦਾ ਹੈ। ਛੇਤੀ ਆਵੋ, ਇਸ ਨੂੰ ਛੋਹ ਕੇ ਵੇਖੋ। ਕਦੀ-ਕਦੀ ਉਹਨਾਂ ਦੇ ਰੰਗ ਉਸ ਕਮੀ ਨੂੰ ਇੱਕ ਪਾਸੇ ਕਰ ਦਿੰਦੇ ਜੋ ਉਸ ਨੂੰ ਮੇਰੇ ਲਈ ਮਹਿਸੂਸ ਹੁੰਦੀ। ਮੈਂ ਅਜਿਹੇ ਰੰਗ ਤਾਂ ਪਹਿਲਾਂ ਕਦੇ ਵੇਖੇ ਹੀ ਨਹੀਂ। ਇਹ ਹਰਾ ਹੈ ਜਾਂ ਨੀਲਾ? ਇਹ ਇੰਨਾ ਸ਼ਾਨਦਾਰ ਹੈ ਕਿ ਤੁਸੀਂ ਕੁਝ ਕਹਿ ਨਹੀਂ ਸਕਦੀਆਂ। ਉਹ ਇੰਨੀਆਂ ਗੱਲਾਂ ਕਰਦੀ ਕਿ ਮੈਨੂੰ ਕੱਪੜਿਆਂ ਨਾਲ ਨਫ਼ਰਤ ਹੋ ਗਈ। ਇੰਨੀ ਨਫ਼ਰਤ ਕਿ ਮੇਰਾ ਜੀਅ ਕਰਦਾ ਕਿ ਉਹਨਾਂ ਕੱਪੜਿਆਂ ਨੂੰ ਮੈਂ ਆਪਣੇ ਜਿਸਮ ਤੋਂ ਪਾੜ ਕੇ ਸੁੱਟ ਦੇਵਾਂ ਜਾਂ ਉਸ ਨੂੰ ਦੇ ਦੇਵਾਂ। ਮੇਰੀ ਮਾਂ ਨੂੰ ਮੇਰੀ ਨਫ਼ਰਤ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਆਪਣੇ ਹੋਸ਼ੋ ਹਵਾਸ ਖੋ ਬੈਠੀ ਸੀ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਦੇ ਸੂਟ ਨੂੰ ਮੁਲਾਇਮ ਮਲਮਲ ਵਿੱਚ ਲਪੇਟ ਕੇ ਰੱਖਣਗੇ, ਸ਼ਾਇਦ ਹੀ ਕੋਈ ਇਹਨਾਂ ਨੂੰ ਪਾਉਣ ਲਈ ਕੱਢੇਗਾ। ਮੇਰੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਾਂ ਮੇਰੇ ਵੱਲ ਮੁਹੱਬਤ ਭਰੀਆਂ ਨਜ਼ਰਾਂ ਨਾਲ ਵੇਖਦੀ। ਇਹਨਾਂ ਨੂੰ ਤਾਂ ਮੇਰੀ ਸ਼ਹਿਜ਼ਾਦੀ ਹੀ ਪਾ ਸਕਦੀ ਹੈ। ਕਦੀ-ਕਦੇ ਜਿਵੇਂ ਹੀ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲਦੀ, ਹਵੇਲੀ ਦੇ ਦੂਸਰੇ ਕੋਨੇ ਤੋਂ ਆਂਦੀ ਹੋਈ ਮਾਂ ਦੀ ਪਤਲੀ ਜਿਹੀ ਤੇਜ਼ ਆਵਾਜ਼ ਕੰਨ ਵਿੱਚ ਪੈਂਦੀ, ਯਾ ਅੱਲਾ, ਯਾ ਅੱਲਾ, ਜਰਾ ਆ ਕੇ ਆਪਣੇ ਭੈਣ ਦੇ ਜੇਵਰ ਤਾਂ ਵੇਖੋ। ਮੇਰੀ ਤਾਂ ਇਹਨਾਂ ਤੋਂ ਨਜ਼ਰ ਹੀ ਨਹੀਂ ਹਟਦੀ। ਮੇਰੇ ਵੱਲ ਵੱਧਦੀ ਹੋਈ ਉਹ ਛਿਟਕੀ ਅਤੇ ਨੰਨੀ ਨੂੰ ਅਤੇ ਜੋ ਕੋਈ ਵੀ ਰਸਤੇ ਵਿੱਚ ਮਿਲਦਾ ਉਸ ਨੂੰ ਧੱਕਦੀ ਹੋਈ ਉਹ ਜੋਸ਼ ਨਾਲ ਭਰੀ ਚੀਕ ਪੈਂਦੀ, ਆ ਕੇ ਜਰਾ ਵੇਖੋ ਤਾਂ ਹੀਰ ਕਿੰਨੀ ਹੁਸੀਨ ਲੱਗ ਰਹੀ ਹੈ। ਉਸ ਦੇ ਗਹਿਣਿਆਂ ਨੂੰ ਲਾਗਿਓਂ ਵੇਖੋ। ਹਾਲਾਂਕਿ ਮੈਂ ਕਹਿਣਾ ਚਾਹੁੰਦੀ ਸਾਂ ਕਿ ਇਹਨਾਂ ਪੱਥਰਾਂ ਨੂੰ ਲੈ ਕੇ ਮੈਂ ਖੁਸ਼ ਕਿਉਂ ਹੋਵਾਂ ਜਿਨ੍ਹਾਂ ਦੇ ਭਾਰ ਨਾਲ ਮੈਂ ਝੁਕੀ ਜਾ ਰਹੀ ਹਾਂ, ਪਰ ਮੈਂ ਕੁਝ ਨਹੀਂ ਕਿਹਾ। ਜਦ ਮੇਰਾ ਖਾਨਦਾਨ ਚਲੇ ਗਿਆ, ਮੈਨੂੰ ਲੱਗਾ ਜਿਵੇਂ ਉਹ ਕਦੀ ਆਏ ਹੀ ਨਹੀਂ। ਪੀਰ ਸਾਈਂ ਮਾਂ ਨੂੰ ਲਗਾਤਾਰ ਤੋਹਫਾ ਭੇਜਦਾ ਰਹਿੰਦਾ ਅਤੇ ਮਾਂ ਨੂੰ ਲੱਗਦਾ ਇਹੋ ਸਭ ਕੁਝ ਹੈ। ਇਹਨਾਂ ਚੀਜ਼ਾਂ ਨੂੰ ਉਹ ਭਰਾ ਦੀ ਪੜ੍ਹਾਈ ਅਤੇ ਦੋਵਾਂ ਭੈਣਾਂ ਦੇ ਦਾਜ ਦੇ ਲਈ ਬਚਾ ਕੇ ਨਹੀਂ ਰੱਖ ਸਕੀ। ਉਹ ਇਹਨਾਂ ਨੂੰ ਬਾਜ਼ਾਰ ਵਿੱਚ ਵੇਚਦੀ, ਲੇਕਿਨ ਕਦੀ ਉਹਨਾਂ ਲੋਕਾਂ ਨੂੰ ਨਹੀਂ ਜਿਨ੍ਹਾਂ ਨੂੰ ਉਹ ਜਾਣਦੀ ਸੀ। ਮਾਂ ਦੀ ਮਦਦ ਕਰਨ ਦੇ ਲਈ ਮੈਂ ਹਿੰਮਤ ਕਰਨੀ ਸੀ। ਸ਼ੌਹਰ ਦੇ ਅੱਗੇ ਆਪਣਾ ਮੂੰਹ ਖੁੱਲ੍ਹਣ ਵਿੱਚ ਮੈਨੂੰ ਕਈ ਮਹੀਨੇ ਲੱਗ ਗਏ। ਇੱਕ ਦਿਨ ਜਦ ਉਹ ਬਿਸਤਰੇ ਤੇ ਬੈਠਾ ਸੀ, ਮਨ ਹੀ ਮਨ ਦੁਆ ਮੰਗਦੇ ਹੋਏ ਮੈਂ ਉਸ ਦੀ ਬਗਲ ਵਿੱਚ ਬੈਠ ਗਈ। ਇਸ ਹਰਕਤ ਤੇ ਉਹ ਮੇਰੇ ਵੱਲ ਵੇਖਣ ਲੱਗਾ। ਕੀ ਗੱਲ ਹੈ? ਉਸਨੇ ਝਿੜਕਦੇ ਹੋਏ ਕਿਹਾ। ਜਿਨ੍ਹਾਂ ਲਫ਼ਜ਼ਾਂ ਦਾ ਹਜ਼ਾਰਾਂ ਵਾਰ ਅਭਿਆਸ ਕੀਤਾ ਸੀ ਉਹਨਾਂ ਨੂੰ ਮੈਂ ਉਗਲ ਦਿੱਤਾ। ਮੇਰੀਆਂ ਭੈਣਾਂ ਦੀ ਸ਼ਾਦੀ ਹੋਣੀ ਹੈ ਤੇ ਉਹਨਾਂ ਦਾ ਦਾਜ ਵੀ ਮਾਂ ਨੇ ਮੈਨੂੰ ਦੇ ਦਿੱਤਾ ਸੀ। ਸਾਈਂ, ਮੈਨੂੰ ਇਹ ਸਭ ਕਿਉਂ ਦੱਸ ਰਹੀ ਹੈ? ਉਸਨੇ ਪੁੱਛਿਆ। ਮੈਂ ਗੂੰਗੀ ਹੋ ਗਈ। ਮੈਨੂੰ ਇਹ ਸਭ ਕਿਉਂ ਦੱਸ ਰਹੀ ਹੈ? ਉਹ ਚੀਕਿਆ। ਮੈਂ ਮਿਆਉਂਦੇ ਹੋਏ ਕਿਹਾ, ਤੁਸੀਂ ਕਿਹਾ ਸੀ ਕਿ ਤੁਹਾਨੂੰ ਸਭ ਕੁਝ ਦੱਸਣਾ ਚਾਹੀਦਾ ਸਾਈਂ।
ਉਸਨੇ ਕੁਝ ਨਹੀਂ ਸੁਣਿਆ। ਮੈਂ ਜਿਵੇਂ ਕਿਵੇਂ ਆਪਣੇ ਲਫ਼ਜ਼ਾਂ ਨੂੰ ਦੁਹਰਾਇਆ ਤੇ ਉਸਨੂੰ ਕਹਿੰਦੇ ਸੁਣਿਆ, ਜਿਨ੍ਹਾਂ ਗੱਲਾਂ ਨਾਲ ਮੇਰਾ ਕੋਈ ਸੰਬੰਧ ਨਹੀਂ, ਉਹ ਦੱਸਣ ਦੀ ਕੋਈ ਲੋੜ ਨਹੀਂ। ਉਹ ਸ਼ੈਤਾਨ ਵਿੱਚ ਤਬਦੀਲ ਹੋ ਰਿਹਾ ਸੀ। ਲੱਗਦਾ ਸੀ ਅਸੀਂ ਦੋਜ਼ਖ ਵਿੱਚ ਕੁੱਦਣ ਵਾਲੇ ਸਾਂ ਅਤੇ ਮੈਂ ਛਿਟਕੀ ਅਤੇ ਨੰਨੀ ਦੇ ਦਾਜ ਬਾਰੇ ਗੱਲ ਕਰਨ ਲਈ ਮਰੀ ਜਾ ਰਹੀ ਸਾਂ। ਦੂਸਰਾ ਦਿਨ ਮੇਰੇ ਲਈ ਬਦਨਸੀਬੀ ਲੈ ਕੇ ਆਇਆ। ਜਦ ਇੱਕ ਬੁੱਢੀ ਨੌਕਰਾਨੀ ਟੀਰੀ ਨੇ ਮੇਰੇ ਸਭ ਤੋਂ ਛੋਟੇ ਦਿਓਰ ਦਾ ਇੱਕ ਲਿਫਾਫਾ ਲਿਆ ਅਤੇ ਮੈਨੂੰ ਦਿੱਤਾ ਤਾਂ ਭੈਣਾਂ ਦੀ ਦਾਜ ਦੀ ਗੱਲ ਮੇਰੇ ਜ਼ਿਹਨ ਵਿੱਚੋਂ ਪੂਰੀ ਤਰ੍ਹਾਂ ਗਾਇਬ ਹੋ ਗਈ। ਮੈਂ ਸੋਚ ਨਹੀਂ ਸਕੀ ਕਿ ਉਹ ਮੇਰੇ ਕੋਲੋਂ ਕੀ ਚਾਹੁੰਦਾ ਸੀ। ਮੇਰੀ ਲਿਫਾਫੇ ਨੂੰ ਖੋਲ੍ਹਣ ਦੀ ਹਿੰਮਤ ਨਹੀਂ ਹੋਈ। ਉਸ ਨੂੰ ਪੀਰ ਸਾਈਂ ਦੀ ਬਗਲ ਵਾਲੀ ਮੇਜ਼ ਤੇ ਰੱਖ ਦਿੱਤਾ। ਭਾਵੇਂ ਮੈਂ ਆਪਣੇ ਸ਼ੌਹਰ ਦੇ ਭਰਾਵਾਂ ਵਿੱਚੋਂ ਕਿਸੇ ਨੂੰ ਨਹੀਂ ਸੀ ਵੇਖਿਆ, ਪਰ ਉਹਨਾਂ ਦੇ ਬਾਰੇ ਉਹਨਾਂ ਦੀਆਂ ਬੀਵੀਆਂ ਅਤੇ ਨੌਕਰਾਨੀਆਂ ਤੋਂ ਮੈਂ ਉਹਨਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣੀਆਂ ਸਨ। ਉਹ ਸਭ ਇੱਕ ਦੂਜੇ ਤੋਂ ਵੱਖਰੀਆਂ ਸਨ। ਉਹਨਾਂ ਵਿੱਚੋਂ ਮੈਂ ਉਹਨਾਂ ਨੂੰ ਚੁਣ ਲਿਆ ਜਿਨ੍ਹਾਂ 'ਤੇ ਸਭ ਤੋਂ ਵੱਧ ਯਕੀਨ ਕੀਤਾ ਜਾ ਸਕਦਾ ਸੀ। ਮੇਰੇ ਸ਼ੌਹਰ ਦਾ ਛੋਟਾ ਭਰਾ ਅਯਾਸ਼ ਸੀ, ਜੋ ਦਿਨ ਰਾਤ ਸਰਕਾਰੀ ਰੈਸਟ ਹਾਊਸ ਵਿੱਚ ਪਿੰਡ ਦੀਆਂ ਕੁੜੀਆਂ ਅਤੇ ਵਿਸਕੀ ਦੀਆਂ ਬੋਤਲਾਂ ਵਿੱਚ ਘਿਰਿਆ ਰਹਿੰਦਾ। ਇਹ ਰੈਸਟ ਹਾਊਸ ਕਈ ਦਹਾਕਿਆਂ ਪਹਿਲਾਂ ਉਹਨਾਂ ਦਿਨਾਂ ਵਿੱਚ ਅਕੀਦਤਮੰਦ ਵਜ਼ੀਰ ਨੇ ਦਰਗਾਹ ਨੂੰ ਦਾਨ ਕਰ ਦਿੱਤਾ ਸੀ। ਤੀਸਰਾ ਭਰਾ ਤਾਂ ਹੋਰ ਵੀ ਮਾੜਾ ਸੀ। ਉਹ ਆਪਣੀ ਬੇਟੀ ਨਾਲ ਜਿਸਮਾਨੀ ਸੰਬੰਧ ਰੱਖਦਾ। ਕੁੜੀ ਆਪਣੇ ਦੱਬੂ ਸੁਭਾਅ ਦੇ ਪਿੱਛੇ ਐਨੇ ਚੋਰੀ ਚਕਾਰੀ ਦੇ ਕੰਮ ਕਰਦੀ ਸੀ ਕਿ ਉਸ ਨੂੰ ਮੀਸਣੀ ਕਿਹਾ ਜਾਣ ਲੱਗਾ। ਉਸ ਦੀ ਜਵਾਨੀ ਢਲ ਚੁੱਕੀ ਸੀ, ਇਸ ਲਈ ਉਸ ਨੂੰ ਸ਼ੌਹਰ ਨਹੀਂ ਸੀ ਮਿਲ ਰਿਹਾ। ਇੱਕ ਰਿਸ਼ਤੇ ਵਿੱਚ ਲੱਗਦੇ ਭਰਾ ਨਾਲ ਉਸ ਦੀ ਸ਼ਾਦੀ ਦੀ ਗੱਲ ਟੁੱਟ ਗਈ ਸੀ। ਲੋਕ ਕਹਿੰਦੇ ਸਨ ਕਿ ਇਹ ਮੀਸਣੀ ਅਤੇ ਉਸ ਦੇ ਬਾਪ ਲਈ ਠੀਕ ਹੀ ਹੋਇਆ। ਹੁਣ ਉਸ ਦਾ ਰਿਸ਼ਤਾ ਹਮੇਸ਼ਾ ਹਮੇਸ਼ਾ ਲਈ ਬਣਿਆ ਰਹਿ ਸਕਦਾ ਸੀ। ਚੌਥੇ ਭਰਾ ਨੇ ਅੰਮਾ ਸਾਈਂ ਦੀ ਛੋਟੀ ਭਤੀਜੀ ਦੇ ਨਾਲ ਨਿਕਾਹ ਕਰਨ ਦੇ ਬਾਅਦ ਦਰਮਿਆਨੀ ਉਮਰ ਦੀਆਂ 3 ਨੌਕਰਾਣੀਆਂ ਨਾਲ ਸ਼ਾਦੀ ਕਰ ਲਈ ਸੀ। ਸਭ ਜਾਣਦੇ ਸਨ ਕਿ ਉਸ ਦੀ ਬੀਬੀ ਦੀ ਮਾਂ ਦੇ ਨਾਲ ਉਸ ਦੇ ਪੁਰਾਣੇ ਸੰਬੰਧ ਸਨ, ਜੋ ਅੰਮਾ ਸਾਈ ਦੇ ਬੇਵਾ ਭੈਣ ਹੋਣ ਦੇ ਨਾਤੇ ਹਵੇਲੀ ਵਿੱਚ ਰਹਿੰਦੀ ਸੀ। ਇਹਨਾਂ ਗੰਦੇ ਜੁਰਮਾਂ ਦੇ ਬਾਵਜੂਦ ਪੀਰ ਸਾਈਂ ਬੇਹੱਦ ਨਾਰਾਜ਼ ਸੀ, ਤਾਂ ਸਿਰਫ ਆਪਣੇ 5ਵੇਂ ਭਰਾ, ਸਭ ਤੋਂ ਛੋਟੇ ਭਰਾ ਨਾਲ। ਉਸ ਨੇ ਕੀੜੇ ਮਾਰ ਦਵਾ ਲਿਆਉਣ ਵਿੱਚ ਹੇਰਾਫੇਰੀ ਕਰਕੇ ਪੀਰ ਸਾਈਂ ਦੀ ਕਪਾਹ ਦੀ ਫਸਲ ਬਰਬਾਦ ਕਰ ਦਿੱਤੀ ਸੀ। ਹਾਲਾਂਕਿ ਇਹ ਭਰਾ ਅੰਮਾ ਸਾਈਂ ਦੇ ਕੋਲ ਲਗਾਤਾਰ ਆਉਂਦਾ ਰਹਿੰਦਾ। ਮੇਰਾ ਸ਼ੌਹਰ ਉਸ ਨਾਲ 1 ਸਾਲ ਤੋਂ ਨਹੀਂ ਸੀ ਬੋਲਿਆ। ਹੁਣ ਉਸ ਨੇ ਮੈਨੂੰ ਚਿੱਠੀ ਲਿਖ ਕੇ ਭੇਜੀ ਸੀ। ਪੀਰ ਸਾਈਂ ਦੀ ਨਜ਼ਰ ਜਦ ਉਸ ਲਿਫਾਫੇ ਤੇ ਪਈ ਤਾਂ ਉਸਨੇ ਚੁੱਕ ਲਿਆ ਅਤੇ ਪੁੱਛਿਆ, ਤੈਨੂੰ ਇਹ ਕਿਸ ਨੇ ਦਿੱਤਾ? ਮੈਂ ਦੱਸ ਦਿੱਤਾ। ਉਹ ਹੈਰਾਨ ਰਹਿ ਗਿਆ। ਸਫਾਈ ਦੇਣ ਲਈ ਕੁਝ ਬਚਿਆ ਹੀ ਨਹੀਂ ਸੀ। ਟੀਰੀ ਨੂੰ ਖਜੂਰ ਦੀਆਂ ਗਿੱਲੀਆਂ ਛਿੱਟੀਆਂ ਲਿਆਉਣ ਲਈ ਹੁਕਮ ਦਿੱਤਾ ਗਿਆ। ਅੱਲਾ ਦੀ ਫਜ਼ਲ ਨਾਲ ਟੀਰੀ ਉਮਰ ਦੀ ਢਲਾਣ ਤੇ ਸੀ, ਇਸ ਲਈ ਉਸ ਦੀ ਸਜ਼ਾ ਮੇਰੇ ਤੋਂ ਹਲਕੀ ਸੀ। ਮੈਨੂੰ ਢਿੱਡ ਭਰਨੇ ਲੇਟਣ ਦਾ ਹੁਕਮ ਦਿੱਤਾ ਗਿਆ। ਮੈਂ ਫੌਰਨ ਲੇਟ ਗਈ। 2 ਨੌਕਰਾਣੀਆਂ ਨੇ ਮੇਰੀਆਂ ਫੈਲੀਆਂ ਹੋਈਆਂ ਬਾਹਾਂ ਨੂੰ ਮੇਰੇ ਸਿਰ ਦੇ ਉੱਪਰੋਂ ਫੜ ਲਿਆ ਅਤੇ ਦੂਸਰੀਆਂ ਨੇ ਮੇਰੇ ਗੋਡੇ। ਖੱਜੀ ਕੋੜੇ ਦੀ ਛਿਟੀ ਸਾਂ ਸਾਂ ਕਰਦੀ ਮੇਰੇ ਤੇ ਵਰਨ ਲੱਗੀ। ਇਹ ਮੇਰੇ ਤੇ ਕਿੰਨੀ ਦੇਰ ਵਰੇਗੀ, ਇਹ ਉਸ ਦੀ ਤਾਕਤ ਤੇ ਨਿਰਭਰ ਕਰਦਾ ਸੀ। ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ ਕਿ ਮੈਂ ਕਿੰਨਾ ਝੱਲ ਸਕਦੀ ਸਾਂ। ਕੱਪੜੇ ਤਾਰ-ਤਾਰ ਹੋ ਗਏ। ਉਹਨਾਂ ਦੀ ਹੇਠਲੀ ਚਮੜੀ ਉੱਧੜ ਗਈ ਅਤੇ ਆਪਣੇ ਕੱਸ ਕੇ ਦਬਾਏ ਹੋਏ ਬੁੱਲ੍ਹਾਂ ਨਾਲ ਮੈਂ ਦਰਦ ਨੂੰ ਪੀਂਦੀ ਰਹੀ। ਖੂਨ ਦੇ ਜੰਮਣ ਤੋਂ ਰੋਕਣ ਦੇ ਲਈ ਮੈਨੂੰ ਫੌਰਨ ਉੱਠ ਖੜੀ ਹੋਣ ਅਤੇ ਤੁਰਤ ਤੁਰਨ ਦਾ ਹੁਕਮ ਦਿੱਤਾ ਗਿਆ, ਇਹ ਸੋਚਦੇ ਹੋਏ ਕਿ ਦਿਮਾਗ ਬਿਨਾਂ ਕਿਸੇ ਜੁਰਮ ਦੇ ਇੰਨੀ ਸਖਤ ਸਜ਼ਾ ਨੂੰ ਕਿਸ ਤਰ੍ਹਾਂ ਸਹੀ ਠਹਿਰਾਏਗਾ। ਆਪਣੀ ਛੋਟੀ ਜਿਹੀ ਗੰਢੜੀ ਨੂੰ ਛਾਤੀ ਵਿੱਚੋਂ ਦੁੱਧ ਪਿਆਉਂਦੇ ਹੋਏ ਮੈਂ ਕਮਜ਼ੋਰ ਅਤੇ ਲੜਖੜਾਂਦੀ ਹੋਈ ਲੱਤਾਂ ਨਾਲ ਚੱਕਰ ਲਾਉਂਦੀ ਰਹੀ। ਜ਼ਖਮਾਂ ਨੂੰ ਭਰਦਿਆਂ ਹਫ਼ਤੇ ਲੱਗ ਗਏ। ਉਹਨਾਂ ਕਰਕੇ ਆਪਣੇ ਰੋਜ਼ਾਨਾ ਦੇ ਨਿੱਜੀ ਕੰਮਾਂ ਲਈ ਅਤੇ ਧੁਆਈ ਸਫਾਈ ਦੇ ਲਈ ਮੈਂ ਨੌਕਰਾਣੀਆਂ ਦੀ ਮੁਹਤਾਜ ਹੋ ਗਈ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਪੀਰ ਸਾਈਂ ਨੇ ਆਪਣੇ ਘਰ ਦੇ ਦੋਵੇਂ ਪਾਸੇ ਇੰਨੇ ਨੰਗੇ ਤੌਰ ਤੇ ਵੱਧ ਫੁੱਲ ਰਹੇ ਖਾਨਦਾਨ ਵਿੱਚ ਹੋ ਰਹੇ ਜਨਾਹ ਨੂੰ ਰੋਕਣ ਦੇ ਲਈ ਕੁਝ ਕਿਉਂ ਨਹੀਂ ਕੀਤਾ। ਇਹ ਜਾਣ ਕੇ ਮੇਰਾ ਸੁਰ ਘੁੰਮ ਗਿਆ ਸੀ ਕਿ ਇਸ ਨਾਲ ਉਸਦੇ ਮੁਜਰਮ ਬੇਟੇ ਦੇ ਨਾਲ ਅੰਮਾ ਸਾਈਂ ਦੇ ਰਿਸ਼ਤੇ ਤੇ ਕੋਈ ਫਰਕ ਨਹੀਂ ਪਿਆ। ਦਰਅਸਲ ਉਸਨੇ ਆਪਣੀ ਪੋਤੀ ਦੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਕਿਸੇ ਪ੍ਰਤੀਕਿਰਿਆ ਦਾ ਇਜ਼ਹਾਰ ਨਹੀਂ ਸੀ ਕੀਤਾ, ਜੋ ਆਪਣੇ ਬਾਪ ਦੇ ਨਾਲ ਪਾਪ ਵਿੱਚ ਸ਼ਾਮਲ ਸੀ। ਆਪਣੇ ਬੇਟੇ ਦੇ ਨਾਲ ਆਪਣੀ ਭੈਣ ਦੇ ਰਿਸ਼ਤੇ ਨੂੰ ਲੈ ਕੇ ਵੀ ਉਹਨਾਂ ਦਰਮਿਆਨ ਕੋਈ ਗੁੱਸਾ ਨਹੀਂ ਸੀ। ਇੱਥੇ ਸਿਰਫ ਛੋਟੀਆਂ ਗਲਤੀਆਂ ਨਹੀਂ ਵੱਡੇ ਪਾਪ ਸਨ। ਬਗਲ ਦਾ ਦਰਵਾਜ਼ਾ ਇੱਕ ਸੁਰੰਗ ਵਿੱਚ ਖੁੱਲ੍ਹਦਾ ਸੀ। ਉਸ ਹਨੇਰੇ ਗਲਿਆਰਿਆਂ ਨੂੰ ਪਾਰ ਕਰਦੀ ਹੋਈ ਮੈਂ ਦਰਗਾਹ ਪਹੁੰਚੀ। ਮੈਨੂੰ ਯਾਦ ਆਇਆ ਕਿ ਮੈਂ ਅਜ਼ੀਮ ਸੂਫੀ ਸ਼ਾਇਰ ਬੁੱਲੇ ਸ਼ਾਹ ਦੇ ਉਰਸ ਦੀ ਬਾਬਤ ਸੁਣਿਆ ਸੀ। ਉੱਥੇ ਬਗਾਵਤ ਅਤੇ ਆਜ਼ਾਦੀ ਨੂੰ ਮਨਾਉਣ ਲਈ ਜ਼ੋਰਦਾਰ ਗਾਣਾ ਅਤੇ ਨਾਚ ਚੱਲ ਰਿਹਾ ਸੀ। ਉੱਥੇ ਮਾਹੌਲ ਖੁਸ਼ੀ ਦਾ ਸੀ, ਗਮ ਦਾ ਨਹੀਂ। ਲੇਕਿਨ ਇੱਥੇ ਹਰ ਕੋਈ ਮਰਿਆ ਹੋਇਆ ਸੀ ਅਤੇ ਉੱਥੇ ਮਰੇ ਹੋਏ ਜਿਉਂਦੇ ਸਨ ਤੇ ਜੋ ਜਿਉਂਦੇ ਸਨ ਉਹ ਮਰੇ ਹੋਏ ਸਨ।
ਖਾਨਦਾਨ ਦੀਆਂ ਔਰਤਾਂ ਦੇ ਲਈ ਇਬਾਦਤ ਦੇ ਮੁਕਰਰ ਸਮੇਂ ਤੇ ਲੱਕੜੀ ਦੇ ਭਾਰੇ ਦਰਵਾਜ਼ੇ ਬੰਦ ਕਰਕੇ ਸਭ ਨੂੰ ਬਾਹਰ ਕੱਢ ਦਿੱਤਾ। ਕਾਰਨ ਤਾਂ ਮੈਨੂੰ ਪਤਾ ਨਹੀਂ, ਪਰ ਜਿਵੇਂ ਹੀ ਮੈਂ ਹਵੇਲੀ ਦੀਆਂ ਮਰੀਆਂ ਹੋਈਆਂ ਔਰਤਾਂ ਪਿੱਛੇ ਛੱਡਦੀ ਹੋਈ ਅੱਗੇ ਵੱਧਦੀ, ਮੇਰੀ ਰਫ਼ਤਾਰ ਹਮੇਸ਼ਾ ਤੇਜ਼ ਹੋ ਜਾਂਦੀ। ਜ਼ਿੰਦਗੀ ਦੀ ਤਰ੍ਹਾਂ ਉਹ ਮੌਤ ਦੇ ਸਾਹਮਣੇ ਵੀ ਬੇਵੱਸ ਸਨ। ਉਹਨਾਂ ਦੇ ਮਰਦ ਆਪਣੀਆਂ ਕਬਰਾਂ ਵਿੱਚੋਂ ਵੀ ਉਹਨਾਂ ਤੇ ਰਾਜ ਕਰਦੇ ਸਨ। ਸਾਡੀਆਂ ਕਬਰਾਂ ਵੀ ਵੱਖਰੀਆਂ ਸਨ। ਬਾਬਾ ਜੀ ਦੇ ਸ਼ਾਨਦਾਰ ਗੁੰਬਦ ਦੇ ਅੰਦਰ ਦੀਆਂ ਕੰਧਾਂ ਚਾਂਦੀ ਦੀਆਂ ਝਾਲਰਾਂ ਨਾਲ ਸਜੀਆਂ ਹੋਈਆਂ ਸਨ ਅਤੇ ਉਹਨਾਂ ਵਿੱਚ ਵੱਡੇ ਵੱਡੇ ਝਾੜ ਫਨੂਸ ਜਗਮਗਾ ਰਹੇ ਸਨ। ਮੈਂ ਸੋਚ ਰਹੀ ਸੀ ਕਿ ਕੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਕਿਸ ਚੀਜ਼ ਦੀ ਸ਼ੁਰੂਆਤ ਕੀਤੀ ਹੈ। ਜਾਲੀ ਦੇ ਕੰਮ ਦੇ ਵਿੱਚੋਂ ਮੈਂ ਸੰਗਮਰਮਰ ਦੇ ਕਿਸੇ ਵੱਡੇ ਸਾਰੇ ਵਿਹੜੇ ਨੂੰ ਵੇਖ ਸਕਦੀ ਸਾਂ, ਜੋ ਸਾਰੀਆਂ ਕਬਰਾਂ ਦੇ ਚਾਰੇ ਪਾਸੇ ਫੈਲਿਆ ਹੋਇਆ ਸੀ। ਵੁਜ਼ੂ ਕਰਨ ਲਈ ਲਾਈਆਂ ਗਈਆਂ ਟੂਟੀਆਂ ਉਸ ਨਾਲ ਹੀ ਤੇ ਟਪਕ ਰਹੀਆਂ ਸਨ, ਜੋ ਵਿਹੜੇ ਨੂੰ ਘੇਰੀ ਉੱਚੀਆਂ ਉੱਚੀਆਂ ਦੀਵਾਰਾਂ ਦੇ ਸਹਾਰੇ ਬਣਾਈਆਂ ਗਈਆਂ ਸਨ। ਮੇਰੀਆਂ ਅੱਖਾਂ ਬਾਬਾ ਜੀ ਦੇ ਬੋਰਡ ਵਿੱਚ ਉਲਝ ਗਈਆਂ, ਜਿਸ ਦਾ ਤਣਾ ਉਸਦੇ ਹੇਠੋਂ ਚੁਰਾਏ ਗਏ ਕਿਸੇ ਖਿਆਲ ਵਾਂਗੂ ਲੱਖਾਂ ਜੜ੍ਹਾਂ ਨਾਲ ਬਣਿਆ ਲੱਗਦਾ, ਜੋ ਆਪਸ ਵਿੱਚ ਫਸੀਆਂ ਹੋਈਆਂ ਸਨ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਦਰਗਾਹ ਦੇ ਬਾਹਰ ਲੱਗੇ ਲੰਗਰ ਵਿੱਚ ਗਰੀਬ ਗੁਰਬਿਆਂ ਨੂੰ ਰੋਟੀ ਖਵਾਈ ਜਾਂਦੀ ਸੀ। ਅੰਦਰ ਮੈਂ ਆਪਣੇ ਸ਼ੌਹਰ ਦੇ ਆਮ ਅਤੇ ਖਾਸ ਮੁਰੀਦਾਂ ਦੇ ਲਈ ਸਹਿਰੀ ਅਤੇ ਇਫਤਾਰੀ ਦੀ ਤਿਆਰੀ ਕਰਵਾਉਣ ਵਿੱਚ ਲੱਗੀ ਰਹਿੰਦੀ। ਜਦ ਉਹ ਭੁੱਖਾ ਹੁੰਦਾ, ਉਸ ਵਿੱਚ ਬਰਦਾਸ਼ਤ ਦਾ ਮਾਦਾ ਹੋਰ ਘਟ ਜਾਂਦਾ ਅਤੇ ਸਭ ਕੁਝ ਗੜਬੜਾ ਜਾਂਦਾ। ਲੇਕਿਨ ਭੁੱਖੇ ਤਾਂ ਅਸੀਂ ਵੀ ਹੁੰਦੇ ਸਾਂ ਅਤੇ ਲਗਾਤਾਰ ਗਲਤੀਆਂ ਹੁੰਦੀਆਂ ਰਹਿੰਦੀਆਂ। ਆਪਣੇ ਮਾਲਕ ਅਤੇ ਖੁਦਾ ਦੋਵਾਂ ਨੂੰ ਇੱਕੋ ਸਮੇਂ ਖੁਸ਼ ਰੱਖਣਾ ਨਾਮੁਮਕਿਨ ਸੀ। ਇੱਥੇ ਤਾਂ ਮਾਲਕ ਅਤੇ ਖੁਦਾ ਉਸ ਵਿੱਚ ਦੋਵੇਂ ਇੱਕ ਹੋ ਗਏ ਸਨ। ਰੋਜ਼ੇ ਦੇ ਮਹੀਨੇ ਦੇ ਠੀਕ ਬਾਅਦ ਮੈਂ ਗਰਭਵਤੀ ਸਾਂ ਅਤੇ ਮੈਂ ਉਸ ਨੂੰ ਦੱਸ ਦਿੱਤਾ। ਬੱਚੇ ਨੂੰ ਗਿਰਾ ਦੇਵੋ, ਉਹ ਭੌਂਕਿਆ। ਮੈਨੂੰ ਝਟਕਾ ਜਿਹਾ ਲੱਗਾ। ਉਹ ਖੁਦ ਤਾਂ ਪਾਪ ਕਰ ਸਕਦਾ ਹੈ, ਲੇਕਿਨ ਹੋਰਨਾਂ ਨੂੰ ਇਸ ਦੀ ਆਗਿਆ ਨਹੀਂ ਦੇ ਸਕਦਾ। ਕੁਨੀਨ ਦੀਆਂ ਗੋਲੀਆਂ ਨਾਲ ਪੇਟ ਦਾ ਬੱਚਾ ਖੂਨ ਬਣ ਕੇ ਨਿਕਲ ਗਿਆ। ਦਾਈ ਨੇ ਸਮਝਾਇਆ, ਰਮਜ਼ਾਨ ਦੇ 30 ਦਿਨਾਂ ਤੱਕ ਆਪਣੇ ਆਪ ਨੂੰ ਰੋਕਣ ਤੋਂ ਬਾਅਦ ਆਦਮੀ ਆਪਣੀ ਮੌਜ ਮਸਤੀ ਵਿੱਚ ਕਿਸੇ ਵੀ ਰੁਕਾਵਟ ਨੂੰ ਪਸੰਦ ਨਹੀਂ ਕਰਦੇ। ਮੈਂ ਦਾਈ ਨੂੰ ਪੁੱਛਣਾ ਚਾਹੁੰਦੀ ਸਾਂ ਕਿ ਮੇਰਾ ਸ਼ੌਹਰ ਇੰਨੀ ਸਖਤੀ ਨਾਲ ਰੋਜ਼ੇ ਰੱਖਦਾ ਹੋਇਆ ਇੱਕ ਗੁਨਾਹ ਕਿਵੇਂ ਕਰ ਸਕਦਾ ਸੀ, ਲੇਕਿਨ ਮੈਂ ਰੁਕ ਗਈ। ਦਾਈ ਇਹ ਨਹੀਂ ਕਹਿ ਸਕਦੀ ਸੀ ਕਿ ਉਸਦੇ ਪੀਰ ਦੀਆਂ ਇਹ ਇੱਛਾਵਾਂ ਪਰਵਰਦਿਗਾਰ ਦੀ ਰੱਤੀ ਭਰ ਪਰਵਾਹ ਨਹੀਂ ਸਨ ਕਰਦੀਆਂ। ਉਸ ਦਾ ਮਜ਼ਹਬ ਦੂਸਰਾ ਸੀ। ਪੀਰ ਸਾਈਂ ਮੇਰੇ ਤੋਂ ਸਖਤੀ ਨਾਲ ਕੁਝ ਦਿਨ ਦੂਰ ਰਹਿੰਦਾ। ਬੱਚਾ ਪੈਦਾ ਹੋਣ ਦੇ ਬਾਅਦ ਜਦ ਮੇਰੇ ਖੂਨ ਆ ਰਿਹਾ ਹੁੰਦਾ ਜਾਂ ਮਾਹਵਾਰੀ ਦੇ ਦਿਨਾਂ ਵਿੱਚ, ਉਹ ਮੈਨੂੰ ਛੂੰਹਦਾ ਤੱਕ ਨਹੀਂ। ਉਹ ਇਸ ਨੂੰ ਐਸਾ ਪਾਪ ਮੰਨਦਾ ਸੀ ਜਿਸ ਨੂੰ ਕਰਨ ਦੇ ਬਾਰੇ ਸੋਚ ਤੱਕ ਨਹੀਂ ਸੀ ਸਕਦਾ। 3 ਮਹੀਨਿਆਂ ਦੇ ਬਾਅਦ ਜਦ ਮੈਂ ਦੁਬਾਰਾ ਹਾਮਲਾ ਹੋ ਗਈ, ਉਸ ਨੇ ਬੇਟੇ ਦੇ ਲਈ ਦੁਆ ਮੰਗਦੇ ਹੋਏ ਆਪਣੇ ਹੱਥ ਉੱਪਰ ਚੁੱਕੇ। ਇਸ ਵਾਰ ਹਮਲ ਡੇਗਣ ਦਾ ਡਰ ਨਹੀਂ ਸੀ। ਮੇਰਾ ਦਿਮਾਗ ਵਿਰੋਧਤਾਵਾਂ ਨਾਲ ਬੁਝਲ ਹੋ ਗਿਆ। ਕਾਲੀ ਦੀ ਖੁਦਕਸ਼ੀ, ਤਾਰਾ ਦੇ ਹਮਲ, ਮਾਂ ਦੇ ਲਾਲਚ, ਮੇਰੀਆਂ ਬੇਹੱਦ ਤਕਲੀਫ ਦੇ ਸਜ਼ਾਵਾਂ, ਕੁਨਵੇ ਵਿੱਚ ਚੱਲ ਰਹੀਆਂ ਜਿਨਾਹ ਅਤੇ ਅਯਾਸ਼ੀਆਂ, ਹਮਲ ਡੇਗਣ ਅਤੇ ਹਮਲ, ਇਹ ਸਾਰੀਆਂ ਗੱਲਾਂ ਲਗਾਤਾਰ ਮੇਰੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਅਤੇ ਮੇਰਾ ਸਿਰ ਹਮੇਸ਼ਾ ਦੁਖਦਾ ਰਹਿੰਦਾ। ਜਦ ਅੰਮਾ ਸਾਈ ਨੇ ਮੈਨੂੰ ਦੱਸਿਆ ਕਿ ਮੇਰੇ ਬੇਟੇ ਨੇ ਮੇਰੇ ਕੋਲੋਂ 24 ਬਿਸਤਰੇ, ਕੱਪੜਿਆਂ ਦੇ 60 ਸੈੱਟ, ਗਹਿਣਿਆਂ ਦੇ 6 ਸੈੱਟ ਅਤੇ 2 ਰਸੋਈਆਂ ਦੇ ਭਾਂਡੇ ਤੇਰੇ ਪੇਕੇ ਪਹੁੰਚਾਉਣ ਨੂੰ ਕਿਹਾ, ਮੈਂ ਚਕਰਾ ਗਈ। ਪਹਿਲੀ ਵਾਰ ਮੇਰਾ ਦਿਲ ਉਸਦੇ ਖੌਫ ਦੀ ਬਜਾਏ ਕਿਸੇ ਹੋਰ ਕਾਰਨ ਕਰਕੇ ਧੜਕਿਆ। ਮੈਂ ਕਿਹਾ, ਇਹ ਤਾਂ ਬਹੁਤ ਜ਼ਿਆਦਾ ਹੈ। ਤਾਂ ਅੰਮਾ ਸਾਈ ਮੇਰੇ ਵੱਲ ਵੇਖ ਕੇ ਹੱਸ ਪਈ। ਤੂੰ ਜਾਣਦੀ ਹੈ ਕਿ ਇਹ ਸਭ ਦੇ ਲਈ ਸਾਨੂੰ ਕੁਝ ਨਹੀਂ ਦੇਣਾ ਪਵੇਗਾ। ਕੋਈ ਮੁਰੀਦ ਇਹ ਲਿਆ ਦੇਵੇਗਾ ਜਾਂ ਕੋਈ ਵੀ। ਜਦ ਮੈਂ ਸੁਣਿਆ ਕਿ ਮੇਰੀਆਂ ਦੋਵੇਂ ਭੈਣਾਂ ਦੀਆਂ ਮੰਗਣੀਆਂ ਹੋ ਗਈਆਂ ਹਨ ਤਾਂ ਮੇਰਾ ਦਿਲ ਰੋ ਪਿਆ। ਛਿਟਕੀ ਦਾ ਮੰਗੇਤਰ ਇੱਕ ਵਕੀਲ ਸੀ, ਜਿਸ ਨੇ ਉਸ ਨੂੰ ਇੱਕ ਪਾਰਕ ਵਿੱਚ ਮਿਲਣ ਲਈ ਖਤ ਭੇਜਿਆ ਸੀ, ਲੇਕਿਨ ਉਹ ਉਸ ਨੂੰ ਹੈਰਾਨ ਕਰਨਾ ਚਾਹੁੰਦੀ ਸੀ। ਛਿਟਕੀ ਨੇ ਸ਼ਾਦੀ ਦੀ ਰਾਤ ਤੋਂ ਪਹਿਲਾਂ ਮਿਲਣ ਤੋਂ ਨਾਂਹ ਕਰ ਦਿੱਤੀ ਸੀ। ਬੇਵਕੂਫ ਹੈ, ਮੈਂ ਸੋਚਿਆ। ਨੰਨੀ ਦੀ ਮੰਗਣੀ ਇੱਕ ਡਾਕਟਰ ਨਾਲ ਹੋਈ ਸੀ ਅਤੇ ਮਾਂ ਜ਼ਾਹਰ ਹੈ 7ਵੇਂ ਅਸਮਾਨ ਤੇ ਸੀ। ਮੈਨੂੰ ਕਿਸੇ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੀ, ਲੇਕਿਨ ਮੈਂ ਸੁਣਿਆ ਮਾਂ ਆਪਣੇ ਵੱਡੇ ਜਵਾਈ ਦੇ ਲਈ ਦੁਆ ਕਰਦੀ ਨਹੀਂ ਸੀ ਥੱਕਦੀ, ਜਿਸ ਦੇ ਕਾਰਨ ਇਹ ਸਭ ਮੁਮਕਿਨ ਹੋਇਆ ਸੀ। ਕਾਗਜ਼ ਦੇ ਇੱਕ ਟੁਕੜੇ ਵਿੱਚ ਮੈਂ ਸੁਰਾਖ ਕੀਤਾ ਅਤੇ ਉਸ ਵਿੱਚੋਂ ਮੈਂ ਆਪਣੇ ਬਾਬਲ ਦੇ ਘਰ ਵਿੱਚ ਝਾਕਣ ਦੀ ਕੋਸ਼ਿਸ਼ ਕਰਨ ਲੱਗੀ। ਨੰਨੀ ਅਤੇ ਛਿਟਕੀ ਦਾ ਦਾਜ ਮੇਰੇ ਤੋਂ ਵੀ ਵੱਧ ਅਤੇ ਸ਼ਾਨਦਾਰ ਸੀ। ਮਾਂ ਅਮੀਰ ਅਤੇ ਤਾਕਤਵਰ ਲੱਗਦੀ ਸੀ। ਵਾਜਿਆਂ ਤੇ ਉਹੀ ਧੁਨਾਂ ਵੱਜਦੀਆਂ ਸਨ। ਮੇਰੀਆਂ ਭੈਣਾਂ ਪੁਰਾਣੇ ਜ਼ਮਾਨੇ ਦੀਆਂ ਸ਼ਹਿਜ਼ਾਦੀਆਂ ਲੱਗ ਰਹੀਆਂ ਸਨ। ਜਾਦੂਈ ਰੌਸ਼ਨੀਆਂ ਝਿਲਮਿਲਾ ਰਹੀਆਂ ਸਨ। ਜਦ ਮੈਂ ਅੱਖ ਤੋਂ ਕਾਗਜ਼ ਹਟਾਇਆ, ਜਾਦੂਈ ਰੌਸ਼ਨੀਆਂ ਗਾਇਬ ਹੋ ਗਈਆਂ। ਮੇਰੇ ਵੱਲ ਦੀ
ਮੇਰੀ ਦੁਨੀਆ ਘੁੱਪ ਹਨੇਰੀ ਸੀ। ਮੇਰੇ ਦੂਸਰੇ ਬੱਚੇ ਦੇ ਪੈਦਾ ਹੋਣ ਦਾ ਵਕਤ ਨਜ਼ਦੀਕ ਸੀ ਅਤੇ ਭਾਂਡਿਆਂ ਦੀ ਖੜਖੜ ਵਿੱਚ ਮੈਂ ਦੇਖਭਾਲ ਦਾ ਆਪਣਾ ਕੰਮ ਅੰਜਾਮ ਦੇ ਰਹੀ ਸੀ। ਰੋਂਦੇ ਵਿਲਕਦੇ ਬੱਚਿਆਂ ਅਤੇ ਚੀਕਦੀਆਂ ਚਿਲਾਉਂਦੀਆਂ ਔਰਤਾਂ ਤੋਂ ਜਦ ਮੇਰੀਆਂ ਨਸਾਂ ਟੁੱਟਣ ਲੱਗੀਆਂ, ਮੈਂ ਕਪਾਹ ਦੇ ਗੋਲੇ ਵਰਗੀ ਮੁਲਾਇਮ ਆਪਣੀ ਬੇਟੀ ਗੁੱਪੀ ਨੂੰ ਨਾਲ ਲੈ ਕੇ ਵਿਹੜੇ ਵਿੱਚ ਸਭ ਤੋਂ ਦੂਰ ਇੱਕ ਕੋਨੇ ਵਿੱਚ ਪਈ ਮੰਜੀ ਤੇ ਜਾ ਪੈਂਦੀ। ਜਦ ਮੈਂ ਆਪਣੇ ਫੁੱਲੇ ਪੇਟ ਨਾਲ ਬੁਣਾਈ ਕਰ ਰਹੀ ਹੁੰਦੀ, ਉਹ ਮੈਨੂੰ ਨਵੀਆਂ ਕਹਾਣੀਆਂ ਦੀ ਫਰਮਾਇਸ਼ ਕਰਦੀ। ਆਪਣੇ ਖੁੱਲੇ ਹੋਏ ਖੰਭਾਂ ਨਾਲ ਇੱਕ ਮੱਖੀ ਜੰਮ ਗਈ ਸੀ, ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਸ ਬੁੱਢੀ ਔਰਤ ਨੇ ਪਹਿਲਾਂ ਆਪਣੇ ਹੱਥ ਨਾਲ ਆਪਣਾ ਮੱਥਾ ਛੋਹਿਆ ਅਤੇ ਫਿਰ ਮੇਰੇ ਪੈਰ ਛੋਹੇ ਅਤੇ ਫਰਸ਼ ਤੇ ਬੈਠ ਗਈ। ਜਦ ਮੈਂ ਉਸ ਤੋਂ ਪੁੱਛਿਆ ਕਿ ਉਹ ਕੌਣ ਹੈ ਤੇ ਕਿੱਥੋਂ ਆਈ ਹੈ, ਉਸ ਨੇ ਮੇਰੇ ਵੱਲ ਹੱਸਦੇ ਹੋਏ ਕਿਹਾ, ਬੀਬੀ ਜੀ, ਆਪਣੇ ਇਲਾਕੇ ਦੇ ਲੋਕਾਂ ਦੀ ਤੁਹਾਨੂੰ ਵਾਕਫੀਅਤ ਹੋਣੀ ਚਾਹੀਦੀ ਹੈ। ਅਸੀਂ ਇੱਥੇ ਪੀਰਾਂ ਤੋਂ ਵੀ ਪਹਿਲਾਂ ਦੇ ਰਹਿ ਰਹੇ ਹਾਂ। ਬਾਬਾ ਜੀ ਦੀ ਲਾਸ਼ ਨੂੰ ਜਦੋਂ ਪਹਾੜਾਂ ਤੋਂ ਲਿਆਂਦਾ ਗਿਆ ਸੀ, ਉਹਨਾਂ ਨੂੰ ਹੱਥੋਂ ਹੱਥ ਲਿਆਉਣ ਵਾਲਿਆਂ ਵਿੱਚ ਮੇਰਾ ਖਾਨਦਾਨ ਵੀ ਸੀ। ਉਹ ਬੜੀ ਅਜੀਬ ਸੀ। ਮੈਂ ਕਹਿ ਨਹੀਂ ਸੀ ਸਕਦੀ ਕਿ ਉਸ ਦੀ ਉਮਰ 16 ਸਾਲਾਂ ਦੀ ਜਾਂ 100 ਸਾਲਾਂ ਤੋਂ ਉੱਪਰ। ਉਸ ਦੇ ਵਾਲ ਚਾਂਦੀ ਰੰਗੇ ਸਨ, ਚਿਹਰੇ ਤੇ ਝੁਰੜੀਆਂ ਨਹੀਂ ਸਨ ਅਤੇ ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਖੜੇ ਹੋਣ ਤੇ ਉਸ ਦਾ ਜਿਸਮ ਝੁੱਕ ਕੇ ਦੋਹਰਾ ਹੋ ਜਾਂਦਾ ਅਤੇ ਬੈਠਣ ਤੇ ਉਹ ਵਿਖਾਈ ਹੀ ਨਹੀਂ ਸੀ ਦਿੰਦੀ। ਉਸ ਦੇ ਬਦਰੰਗ ਕੱਪੜਿਆਂ ਤੇ ਟਾਕੀਆਂ ਲੱਗੀਆਂ ਸਨ, ਜਿਸ ਕਰਕੇ ਉਹ ਦੂਸਰਿਆਂ ਵਰਗੀ ਲੱਗਦੀ। ਪਰ ਫਿਰ ਵੀ ਉਹ ਸਭ ਤੋਂ ਅੱਡ ਸੀ। ਉਸ ਤੇ ਡਰ ਦਾ ਨਾਂ ਨਿਸ਼ਾਨ ਨਹੀਂ ਸੀ। ਮੈਂ ਚਾਰੇ ਪਾਸੇ ਵੇਖ ਕੇ ਸੁੱਖ ਦਾ ਸਾਹ ਲਿਆ। ਉਸ ਵਿੱਚ ਕਿਸੇ ਨੂੰ ਕੋਈ ਦਿਲਚਸਪੀ ਵਿਖਾਈ ਨਹੀਂ ਦਿੱਤੀ। ਚੀਲ ਤੱਕ ਦੀਆਂ ਨਜ਼ਰਾਂ ਵੀ ਵੈਸੀਆਂ ਹੀ ਸਨ ਜਿਵੇਂ ਆਮ ਕਰਕੇ ਰਹਿੰਦੀਆਂ ਹਨ। ਤੂੰ ਇੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਆਈ? ਮੈਂ ਤੈਨੂੰ ਜਸ਼ਨ ਦੇ ਮੌਕੇ ਵੀ ਨਹੀਂ ਸੀ ਵੇਖਿਆ। ਮੈਂ ਪੁੱਛਿਆ। ਮੈਂ ਇੱਥੋਂ ਬਹੁਤ ਦੂਰ ਆਪਣੀ ਭੈਣ ਦੇ ਕੋਲ ਰਹਿੰਦੀ ਹਾਂ। ਇੱਥੇ ਇੱਕ ਹਫ਼ਤਾ ਪਹਿਲਾਂ ਹੀ ਆਈ ਹਾਂ, ਉਸਨੇ ਜਵਾਬ ਦਿੱਤਾ। ਬਹੁਤ ਘੱਟ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਨਰਕ ਛੱਡਣ ਦੇ ਬਾਅਦ ਫਿਰ ਉਸ ਵਿੱਚ ਮੁੜਦੇ ਹਨ। ਉਸ ਵਿੱਚ ਮੇਰੀ ਦਿਲਚਸਪੀ ਹੋਰ ਵੱਧ ਗਈ। ਉਹ ਇੱਕ ਕਿੱਸਾ ਗੋ ਸੀ। ਹਾਲਾਂਕਿ ਉਸ ਦੀ ਬੇਖੌਫੀ ਨੇ ਮੈਨੂੰ ਹਿਲਾ ਦਿੱਤਾ, ਫਿਰ ਵੀ ਮੈਂ ਉਸ ਨੂੰ ਕੁਰੇਦਦੀ ਰਹਿੰਦੀ। ਉਸ ਔਰਤ ਤੋਂ ਮੈਂ ਵੱਧ ਤੋਂ ਵੱਧ ਜਾਣਨਾ ਚਾਹੁੰਦੀ ਸਾਂ ਜੋ ਦਾਈ ਤੋਂ ਇਲਾਵਾ ਸਿਰਫ ਮੇਰੇ ਨਾਲ ਗੱਲ ਕਰਦੀ। ਕਿਸੇ ਨਵੀਂ ਮੁਸੀਬਤ ਤੋਂ ਡਰਦਿਆਂ ਮੈਂ ਚਾਰੇ ਪਾਸੇ ਵੇਖਿਆ ਅਤੇ ਸੁੱਖ ਦਾ ਸਾਹ ਲਿਆ। ਅੱਧੀ ਬੋਲੀ ਉਹ ਔਰਤ ਇੰਨੀ ਜ਼ੋਰ ਦੀ ਬੋਲਦੀ ਕਿ ਉਸ ਨੂੰ ਲਗਾਤਾਰ ਆਵਾਜ਼ ਹੌਲੀ ਰੱਖਣ ਲਈ ਕਹਿਣਾ ਪੈਂਦਾ, ਲੇਕਿਨ ਫਿਰ ਇੰਨਾ ਹੌਲੀ ਬੋਲਦੀ ਕਿ ਮੈਂ ਕੁਝ ਸੁਣ ਨਹੀਂ ਸਕਦੀ। ਮੈਂ ਉਸ ਨੂੰ ਥੋੜਾ ਉੱਚੀ ਬੋਲਣ ਲਈ ਕਹਿੰਦੀ ਤੇ ਉਹ ਫਿਰ ਚੀਕਣ ਲੱਗਦੀ। ਔਰਤ ਨੇ ਮੈਨੂੰ ਸੱਦਿਆ। ਕੁੜੀਆਂ ਬੋਝ ਹੁੰਦੀਆਂ ਹਨ ਜਿਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਲਾਹ ਦੇਣਾ ਚਾਹੀਦਾ ਹੈ, ਲੇਕਿਨ ਮੈਂ ਇੰਨੀ ਬਦਸ਼ਕਲ ਅਤੇ ਇੱਕ ਅਜੀਬੋ-ਗਰੀਬ ਖਾਜ ਦੀ ਬਿਮਾਰੀ ਦੀ ਸ਼ਿਕਾਰ ਹਾਂ ਕਿ ਮੇਰੇ ਨਾਲ ਕੋਈ ਵਿਆਹ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਮੇਰੇ ਬਾਪ ਦਾ ਆਪਣਾ ਕੋਈ ਕੁਨਬਾ ਨਹੀਂ ਸੀ। ਇਸ ਗੱਲ ਦੀ ਕਿਤੇ ਕੋਈ ਥੋੜੀ ਜਿਹੀ ਵੀ ਗੁੰਜਾਇਸ਼ ਨਹੀਂ ਸੀ ਕਿ ਕੋਈ ਸਾਡੇ ਇੱਥੇ ਸ਼ਾਦੀ ਕਰਨਾ ਚਾਹੁੰਦਾ। ਲੇਕਿਨ ਤਦ ਹੀ ਪਹਾੜਾਂ ਵਿੱਚੋਂ ਇੱਕ ਇਨਸਾਨ ਆਇਆ ਅਤੇ ਮੇਰੀ ਖਾਜ ਜਾਦੂ ਵਾਂਗ ਗਾਇਬ ਹੋ ਗਈ। ਉਹ ਬੁੱਢੀ ਔਰਤ ਫਿਰ ਉਦਾਸ ਹੋ ਗਈ। ਮੇਰਾ ਬਾਪ ਕਿਸੇ ਬਾਹਰ ਵਾਲੀ ਨਾਲ ਮੇਰੀ ਸ਼ਾਦੀ ਨਹੀਂ ਸੀ ਕਰਨਾ ਚਾਹੁੰਦਾ, ਪਰ ਕੋਈ ਹੋਰ ਲਾੜਾ ਨਾ ਮਿਲਣ ਕਰਕੇ ਉਹ ਮੰਨ ਗਿਆ। ਪਰ ਜਿਸ ਰਾਤ ਮੇਰੀ ਸ਼ਾਦੀ ਹੋਣ ਵਾਲੀ ਸੀ, ਉਹ ਮਰ ਗਿਆ। ਹਾਲਾਂਕਿ ਮੈਂ ਅੱਗੇ ਸੁਣਨਾ ਚਾਹੁੰਦੀ ਸਾਂ, ਪਰ ਗੁੱਪੀ ਰੋਣ ਲੱਗ ਪਈ। ਹੁਣ ਉੱਥੇ ਰੁਕਣ ਵਿੱਚ ਖੈਰੀਅਤ ਨਹੀਂ ਸੀ। ਮੈਂ ਉਸ ਔਰਤ ਨੂੰ ਪੁੱਛਿਆ ਕਿ ਉਹ ਫਿਰ ਕਦੋਂ ਆਵੇਗੀ। ਵਲ ਖਾ ਕੇ ਉੱਠਦੇ ਹੋਏ ਉਸਨੇ ਕਿਹਾ, ਕੱਲ੍ਹ। ਇੱਥੇ ਸਭ ਮੈਨੂੰ ਜਾਣਦੇ ਹਨ। ਮੈਨੂੰ ਲੈ ਕੇ ਕੋਈ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ। ਚੀਲ ਵੀ ਨਹੀਂ। ਉਹ ਮੇਰੇ ਬਾਰੇ ਸਭ ਕੁਝ ਜਾਣਦੀ ਹੈ। ਇੱਥੇ ਹਰ ਕਿਸੇ ਨੂੰ ਮੇਰੀ ਕਹਾਣੀ ਪਤਾ ਹੈ। ਉਸਨੇ ਆਪਣਾ ਹੱਥ ਹਿਲਾਇਆ ਤੇ ਆਪਣੀਆਂ ਗੱਲਾਂ ਨੂੰ ਇੱਕ ਉਬਾਊ ਮਸਲਾ ਦੱਸਦੇ ਹੋਏ ਖਾਰਜ ਕਰ ਦਿੱਤਾ। ਬੀਬੀ ਜੀ, ਮੇਰੀ ਮੁਲਾਕਾਤ ਨੂੰ ਤੁਸੀਂ ਕੋਈ ਅਹਿਮੀਅਤ ਨਹੀਂ ਦੇਵੋਗੇ। ਕੋਈ ਕੁਝ ਨਹੀਂ ਪੁੱਛੇਗਾ। ਆਪਣਾ ਮੱਥਾ ਮੇਰੇ ਪੈਰ ਛੂੰਹਦੀ ਹੋਈ ਉਹ ਚਲੀ ਗਈ। ਮੱਖੀ ਨੇ ਆਪਣੇ ਪਰ ਫੜਫੜਾਏ ਅਤੇ ਉੱਡ ਗਈ। ਮੈਂ ਜਲਦੀ ਨਾਲ ਆਪਣਾ ਸਮਾਨ ਚੱਕਿਆ ਅਤੇ ਗੁੱਪੀ ਨੂੰ ਅੰਦਰ ਲੈ ਗਈ। ਮੈਨੂੰ ਹੈਰਾਨੀ ਹੋਈ ਕਿ ਅੰਮਾ ਸਾਈ ਨੇ ਮੇਰੇ ਕੋਲੋਂ ਉਸਦੇ ਬਾਰੇ ਕੁਝ ਨਹੀਂ ਪੁੱਛਿਆ, ਅਤੇ ਹੋਰ ਵੀ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਕਿ ਇੱਟਾਂ ਦੀ ਕੰਧ ਦੇ ਪਿੱਛੋਂ ਜਦ ਪੀਰ ਸਾਈ ਅੰਦਰ ਦਾਖਲ ਹੋਇਆ ਤਾਂ ਚੀਲ ਦੇ ਬੁਰ ਨਹੀਂ ਹਿੱਲੇ। ਪੂਰੇ 1 ਮਹੀਨੇ ਤੱਕ ਅਸੀਂ ਰੋਜ਼ ਅੱਧਾ ਘੰਟਾ ਗੱਲਾਂ ਕਰਦੇ ਰਹੇ ਅਤੇ ਮੇਰੀ ਨਵੀਂ ਸਹੇਲੀ ਨੂੰ ਲੈ ਕੇ ਨਾ ਖੁਸ਼ੀ ਦਾ ਕਿਤੇ ਇਸ਼ਾਰਾ ਤੱਕ ਨਹੀਂ। ਮੈਨੂੰ ਸ਼ੱਕ ਹੋਣ ਲੱਗਾ, ਉਹ ਔਰਤ ਮੇਰੇ ਸ਼ੌਹਰ ਦੀ ਜਸੂਸ ਹੋ ਸਕਦੀ ਹੈ, ਲੇਕਿਨ ਉਹ ਤਾਂ ਸਭ ਕੁਝ ਦੱਸਦੀ ਜੋ ਮੈਂ ਸੁਣਨ ਦੀ ਖਾਸ਼ਮੰਦ ਹੁੰਦੀ ਸਾਂ। ਮੈਂ ਉਸ ਨੂੰ ਤੋਤੀ ਕਹਿਣ ਲੱਗੀ ਕਿਉਂਕਿ ਉਹ ਬਿਨਾਂ ਰੁਕੇ ਤੋਤੇ ਵਾਂਗ ਬੋਲਦੀ ਜਾਂਦੀ ਸੀ। ਉਸ ਤੋਂ ਮੈਨੂੰ ਦਰਗਾਹ ਦੀ ਸੱਚੀ ਕਹਾਣੀ ਪਤਾ ਲੱਗੀ। ਅੰਮਾ ਸਾਈ ਨੇ ਤਾਂ ਮੈਨੂੰ ਕੁਝ ਹੋਰ ਹੀ ਦੱਸਿਆ ਸੀ। ਤੋਤੀ ਨੇ ਕਿਹਾ, ਬਾਹਰ ਤੋਂ ਆ ਕੇ ਵਸਣ ਵਾਲਿਆਂ ਦੇ ਇੱਕ ਖਾਨਦਾਨ ਨੇ ਇਸ ਇਲਾਕੇ ਦੀ ਕੁਝ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ। ਉਸ ਦਾ ਇੱਕ ਪੁੱਤਰ ਮਲੰਗ ਸੀ।
ਜਿਸ ਨੇ ਖੁਦ ਨੂੰ ਦੀਨ ਦੇ ਹਵਾਲੇ ਕਰਨ ਦੇ ਲਈ ਦੁਨੀਆ ਦੀ ਹਰ ਚੀਜ਼ ਤੋਂ ਨਾਤਾ ਤੋੜ ਲਿਆ ਸੀ। ਜਦ ਲੋਕ ਬੋਹੜ ਦੇ ਇੱਕ ਰੁੱਖ ਹੇਠਾਂ ਉਸਦੇ ਆਸੇ-ਪਾਸੇ ਇਕੱਠੇ ਹੋਣ ਲੱਗੇ, ਉਸਦੇ ਭਰਾਵਾਂ ਨੇ ਉਸਨੂੰ ਪਾਗਲ ਕਹਿ ਕੇ ਘਰ ਤੋਂ ਬਾਹਰ ਕੱਢ ਦਿੱਤਾ। ਬੇਘਰ ਉਹ ਐਵੇਂ ਹੀ ਘੁੰਮਦਾ ਰਹਿੰਦਾ ਕਿ ਇੱਕ ਦਿਨ ਉਹ ਪਹਾੜ ਤੇ ਚੜ੍ਹ ਗਿਆ ਅਤੇ ਫਿਰ ਵਿਖਾਈ ਨਹੀਂ ਦਿੱਤਾ। 10 ਸਾਲ ਬਾਅਦ ਉਸਦੇ ਮਰੀਦ ਉਸਦੀ ਲਾਸ਼ ਨੂੰ ਹੇਠਾਂ ਮੈਦਾਨ ਵਿੱਚ ਲੈ ਕੇ ਆਏ ਅਤੇ ਉਸਦੇ ਨਾਂ ਦੇ ਨਾਲ ਚਮਤਕਾਰਾਂ ਦੀਆਂ ਹਜ਼ਾਰਾਂ ਕਹਾਣੀਆਂ ਜੁੜ ਗਈਆਂ। ਇਹ ਗੱਲ ਉਸ ਵੇਲੇ ਦੀ ਹੈ ਜਦ ਫਰੰਗੀਆਂ ਦਾ ਰਾਜ ਸ਼ੁਰੂ ਹੋਇਆ ਸੀ। ਤੋਤੀ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ, ਗੈਰ ਮੁਲਕੀ ਲੋਕਾਂ ਨੂੰ ਲਗਾਤਾਰ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਦੇ ਅੜੀਅਲ ਸੁਭਾਅ ਦੇ ਲੋਕਾਂ ਦੇ ਸਿੱਧੇ ਸਾਦੇ ਦਿਮਾਗ ਤਾਕਤਵਰ ਵਿਦੇਸ਼ੀ ਹੁਕਮਰਾਨਾਂ ਨਾਲ ਮੁਕਾਬਲਾ ਕਰਨ ਦੀ ਤਾਂ ਸਮਰੱਥਾ ਰੱਖਦੇ ਸਨ, ਪਰ ਦੇਸੀ ਮਾਲਕਾਂ ਦੀਆਂ ਜਾਤੀਆਂ ਨੂੰ ਬਰਦਾਸ਼ਤ ਕਰ ਲੈਂਦੇ। ਜ਼ਿਮੀਂਦਾਰਾਂ ਨੇ ਉਹਨਾਂ ਦੀ ਇਸ ਜ਼ਹਿਨੀਅਤ ਦਾ ਫਾਇਦਾ ਉਠਾਇਆ ਅਤੇ ਫਰੰਗੀਆਂ ਨੂੰ ਬਲੈਕਮੇਲ ਕਰਨ ਦੇ ਲਈ ਗਰੀਬਾਂ ਦਾ ਇਸਤੇਮਾਲ ਕੀਤਾ। ਆਪਣੇ ਲਈ ਮਾਲੀ ਇਮਦਾਦ ਅਤੇ ਖਰਾਜ ਖਿੱਚਦੇ ਹੋਏ ਉਹ ਆਪਣੇ ਬੱਚਿਆਂ ਦੀਆਂ ਕਸਮਾਂ ਖਾਂਦੇ ਕਿ ਉਹਨਾਂ ਦਾ ਸਾਜ਼ਿਸ਼ਾਂ ਨਾਲ ਕੋਈ ਵਾਸਤਾ ਨਹੀਂ। ਜਦ ਅੰਗਰੇਜ਼ਾਂ ਦੀ ਨਜ਼ਰ ਬਾਬਾ ਜੀ ਦੀ ਇੱਕ ਮਾਮੂਲੀ ਜਿਹੀ ਕਬਰ ਤੇ ਪਈ, ਜਿਸ ਦੇ ਗਿਰਦ ਕਰਿਸ਼ਮਿਆਂ ਦੀਆਂ ਕਹਾਣੀਆਂ ਗੂੰਜ ਰਹੀਆਂ ਸਨ, ਉਹਨਾਂ ਨੂੰ ਲੱਗਾ ਕਿ ਇੱਕ ਦਰਗਾਹ ਦੀ ਜ਼ਬਰਦਸਤ ਖਿੱਚ ਰਾਹੀਂ ਉਹ ਇਸ ਇਲਾਕੇ ਦੇ ਲੋਕਾਂ ਨੂੰ ਕਾਬੂ ਕਰ ਸਕਦੇ ਸਨ। ਅੰਗਰੇਜ਼ ਹਮੇਸ਼ਾ ਤੋਂ ਵਫ਼ਾਦਾਰ ਮਦਦਗਾਰਾਂ ਦੀ ਭਾਲ ਵਿੱਚ ਰਹਿੰਦੇ ਸਨ। ਉਹਨਾਂ ਨੂੰ ਯਕੀਨ ਸੀ ਕਿ ਹੇਠਲੇ ਪਾਇਦਾਨ ਤੇ ਖੜੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਅਹਿਮ ਬਣਾ ਦਿੱਤਾ ਹੈ, ਉਹ ਹਮੇਸ਼ਾ ਲਈ ਉਹਨਾਂ ਦੇ ਅਹਿਸਾਨਮੰਦ ਬਣੇ ਰਹਿਣਗੇ। ਤੋਤੀ ਥੋੜ੍ਹੀ ਜਿਹੀ ਝਿਜਕੀ। ਇੱਥੇ ਸਭ ਕੁਝ ਬਦਲਣ ਤੋਂ ਪਹਿਲਾਂ ਫਰੰਗੀਆਂ ਨੇ ਬਾਬਾ ਜੀ ਦੇ ਭਰਾਵਾਂ ਨਾਲ ਸਲਾਹ ਮਸ਼ਵਰਾ ਕੀਤਾ, ਮਿੱਟੀ ਦੇ ਛੋਟੇ ਜਿਹੇ ਢੇਰ ਨੂੰ ਸੰਗਮਰਮਰ ਵਿੱਚ ਬਣਾ ਦਿੱਤਾ, ਜੋ ਰੰਗ ਬਰੰਗੀਆਂ ਟਾਈਲਾਂ ਨਾਲ ਸਜੇ ਹੋਏ ਇੱਕ ਗੋਲ ਕਮਰੇ ਵਿੱਚ ਘਿਰ ਗਿਆ। ਦੂਰ ਦਰਾਜ ਤੋਂ ਲੋਕਾਂ ਨੂੰ ਖਿੱਚਣ ਲਈ ਛੱਤ ਤੇ ਲੰਬੀਆਂ ਲੰਬੀਆਂ ਹਰੀਆਂ ਅਤੇ ਸੁਨਹਿਰੀ ਮਨਾਰਾਂ ਖੜੀਆਂ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਇੱਕ ਮਸੀਤ ਬਣਵਾਈ ਗਈ, ਜਿਸ ਦੇ ਬਾਹਰ ਭੁੱਖੇ ਲੋਕਾਂ ਨੂੰ ਲਲਚਾਉਣ ਦੇ ਲਈ ਵੱਡੇ ਵੱਡੇ ਕੜਾਹਿਆਂ ਵਿੱਚ ਖਾਣਾ ਬਣਾਇਆ ਜਾਂਦਾ। ਉਹ ਪਹਿਲੀ ਰਾਤ ਸੀ। ਉਹ ਹੱਸ ਪਈ। ਜਿਸ ਆਦਮੀ ਨੂੰ ਪੀਰ ਬਣਾਇਆ ਗਿਆ, ਉਹ ਬਾਬਾ ਜੀ ਦੇ ਉਸ ਸਵਰਗੀ ਭਰਾ ਦਾ ਪੁੱਤਰ ਸੀ, ਜਿਸ ਨੇ ਉਹਨਾਂ ਨੂੰ ਬਾਹਰ ਕੱਢ ਸੁੱਟਿਆ ਸੀ ਅਤੇ ਉਹਨਾਂ ਦੇ ਹਿੱਸੇ ਦੀ ਜ਼ਮੀਨ ਹਥਿਆ ਲਈ ਸੀ। ਉਸ ਲੜਕੇ ਦੀ ਤਾਜਪੋਸ਼ੀ ਦੇ ਮੌਕੇ ਸਾਰੇ ਮੁਲਕ ਦੇ ਖਾਸ ਅਹਿਮ ਲੋਕ ਬੁਲਾਏ ਗਏ ਸਨ। ਉਹ ਲੜਕਾ ਹੁਣ ਲੰਬੀ ਦਾੜੀ ਅਤੇ ਉਸ ਤੋਂ ਵੀ ਲੰਬੇ ਵਾਲ ਰੱਖਣ ਲੱਗ ਪਿਆ ਸੀ। ਬਕਸੇ ਵਿੱਚੋਂ ਇੱਕ ਪੱਗ ਕੱਢੀ ਗਈ ਅਤੇ ਉਸ ਦੇ ਸਿਰ ਤੇ ਬੰਨ੍ਹੀ ਗਈ। ਕਿਹਾ ਗਿਆ ਕਿ ਉਹ ਬਾਬਾ ਜੀ ਦੀ ਸੀ। ਜਿਸ ਭਗਤੀ ਅਤੇ ਯੁਕਤੀ ਨਾਲ ਬਾਬਾ ਜੀ ਨੂੰ ਰੂਹਾਨੀ ਤਾਕਤ ਮਿਲੀ ਸੀ, ਕਿਹਾ ਗਿਆ ਸੀ, ਉਹ ਪੱਗ ਦੇ ਛੂੰਹਦੇ ਹੀ ਉਹਨਾਂ ਦੇ ਵਾਰਸ ਦੇ ਜਿਸਮ ਵਿੱਚ ਉਤਰ ਆਈ ਸੀ। ਬਾਬਾ ਜੀ ਨੇ ਅੱਲਾ ਦੀ ਜੋ ਇਬਾਦਤ ਕੀਤੀ ਸੀ, ਉਸ ਦਾ ਸਿਲਾ ਉਸ ਨੂੰ ਮੁਫਤ ਵਿੱਚ ਮਿਲ ਗਿਆ ਸੀ, ਬਿਨਾਂ ਕੁਝ ਕਰੇ ਧਰੇ। ਅੱਲਾਹੂ ਅੱਲਾਹੂ ਨਾਲ ਸਾਰਾ ਮਾਹੌਲ ਭਰ ਗਿਆ। ਦਸਤਾਰਬੰਦੀ ਤੇ ਖੁਸ਼ੀਆਂ ਮਨਾਈਆਂ ਗਈਆਂ। ਗੋਲਕ ਵਿੱਚ ਹਜ਼ਾਰਾਂ ਨੋਟ ਪਾਏ ਗਏ। ਤੋਤੀ ਦੀ ਕਹਾਣੀ ਹਰ ਰੋਜ਼ ਚੱਲਦੀ ਰਹਿੰਦੀ। ਦਰਗਾਹ ਦੀਆਂ ਚਾਬੀਆਂ ਪੀਰ ਅਤੇ ਕੁਝ ਖਾਸ ਲੋਕਾਂ ਨੂੰ ਸੌਂਪ ਦਿੱਤੀਆਂ ਗਈਆਂ। ਲੋਕਾਂ ਦੀਆਂ ਤਕਦੀਰਾਂ ਤੇ ਮੋਹਰ ਠੋਕ ਦਿੱਤੀ ਗਈ। ਅੰਗਰੇਜ਼ ਲੋਕਾਂ ਤੇ ਰਾਜ ਕਰਦੇ ਰਹੇ ਅਤੇ ਦਰਗਾਹ ਇੱਕ ਵੱਧਦਾ ਫੁੱਲਦਾ ਧੰਦਾ ਬਣ ਗਈ। ਦੂਸਰੇ ਪੀਰ ਦੇ ਮਰਨ ਤੋਂ ਬਾਅਦ ਉਸ ਦਾ ਵਾਰਸ ਜ਼ਿਆਦਾ ਹੁਸ਼ਿਆਰ ਨਿਕਲਿਆ। ਉਸ ਨੂੰ ਪੇਸ਼ੇ ਦੀ ਟ੍ਰੇਨਿੰਗ ਮਿਲ ਚੁੱਕੀ ਸੀ। ਜਦ ਮੈਂ ਪੁੱਛਿਆ ਕਿ ਬਾਬਾ ਜੀ ਦੇ ਮੁਰੀਦਾਂ ਦਾ ਕੀ ਬਣਿਆ, ਤੋਤੀ ਨੇ ਕਿਹਾ, ਉਹਨਾਂ ਨੇ ਲੋਕਾਂ ਨੂੰ ਗਲਤ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਨੂੰ ਯਾਦ ਕਰਦਿਆਂ ਕਿ ਬਾਬਾ ਜੀ ਦੇ ਨਾਲ ਕਿੰਨਾ ਮਾੜਾ ਸਲੂਕ ਕੀਤਾ ਗਿਆ ਸੀ, ਲੇਕਿਨ ਲੋਕਾਂ ਨੇ ਦੂਸਰੇ ਕਿੱਸੇ ਤੇ ਯਕੀਨ ਕਰਨਾ ਪਸੰਦ ਕੀਤਾ। ਇਸ ਤੋਂ ਉਹਨਾਂ ਦੀ ਉਮੀਦ ਵੱਧਦੀ ਸੀ। ਬਾਬਾ ਜੀ ਦੇ ਮੁਰੀਦਾਂ ਨੂੰ ਮਕਬਰੇ ਤੋਂ ਭਜਾ ਦਿੱਤਾ ਗਿਆ। ਉਹ ਦੂਸਰੇ ਪਿੰਡਾਂ ਵਿੱਚ ਚਲੇ ਗਏ, ਲੇਕਿਨ ਇੱਕ ਰਵਾਇਤ ਬਣ ਗਈ ਕਿ ਉਸ ਖਾਨਦਾਨ ਦਾ ਹਰ ਇੱਕ ਮਰਦ ਮਰਨ ਦੀ ਕੀਮਤ ਤੇ ਵੀ ਦਰਗਾਹ ਜ਼ਰੂਰ ਜਾਂਦਾ ਅਤੇ ਲੋਕਾਂ ਨੂੰ ਉਸ ਪਖੰਡ ਦੇ ਬਾਰੇ ਸੁਚੇਤ ਕਰਦਾ ਜੋ ਬਾਬਾ ਜੀ ਦੇ ਖਾਨਦਾਨ ਵਾਲਿਆਂ ਨੇ ਪਾਲ ਰੱਖਿਆ ਸੀ। ਮੁਰੀਦਾਂ ਦੇ ਉਸ ਖਾਨਦਾਨ ਦੇ ਹਰ ਮਰਦ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਿਰਫ ਚੀਲ ਬਚੀ ਹੈ, ਜਿਸ ਦਾ ਮਿਸ਼ਨ ਕੁਝ ਹੋਰ ਹੈ। ਚੀਲ ਬਾਬਾ ਜੀ ਦੇ ਮੁਰੀਦਾਂ ਦੀ ਵਾਰਸ? ਇਹ ਸਭ ਕੀ ਹੈ? ਉਸ ਦਾ ਮਿਸ਼ਨ ਕੀ ਹੈ? ਮੇਰੇ ਇਹਨਾਂ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਤੋਤੀ ਨੇ ਨਹੀਂ ਦੱਸਿਆ ਕਿ ਚੀਲ ਨੇ ਖਾਨਦਾਨ ਦੀ ਕਸਮ ਦੇ ਨਾਲ ਦਗਾ ਕਿਉਂ ਕੀਤਾ। ਇਹ ਸਾਰੀ ਜਾਣਕਾਰੀ ਦੇ ਬਾਅਦ ਵੀ ਮੈਂ ਤੋਤੀ ਤੋਂ ਇੱਕ ਬਹੁਤ ਅਹਿਮ ਸਵਾਲ ਪੁੱਛਣਾ ਚਾਹੁੰਦੀ ਸਾਂ ਕਿ ਉਹ ਸਿੱਧੇ ਪੈਗੰਬਰ ਦੇ ਵਾਰਸ ਨਹੀਂ, ਤੇ ਕੀ ਉਹਨਾਂ ਦੇ ਪਵਿੱਤਰ ਪੁਰਖਿਆਂ ਦੇ ਕਾਰਨ ਉਹਨਾਂ ਤੇ ਅੱਲਾ ਦੀ ਖਾਸ ਰਹਿਮਤ ਨਹੀਂ ਹੈ? ਤੋਤੀ ਮੇਰੇ ਤੇ ਹੱਸੀ ਅਤੇ ਮੈਨੂੰ ਇੱਕ ਹੀ ਸਵਾਲ ਕੀਤਾ, ਜਿਸ ਨਾਲ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਕਿ ਇਹਨਾਂ ਦੇ ਕੰਮ ਕਿਸੇ ਤਰ੍ਹਾਂ ਪੈਗੰਬਰ ਦੀ ਮਹਾਨਤਾ ਨੂੰ ਜ਼ਾਹਿਰ ਕਰਦੇ ਹਨ। ਦਰਅਸਲ ਕੀ ਉਹ ਪੈਗੰਬਰ ਦੇ ਸਭ ਤੋਂ ਬੁਰੇ ਦੁਸ਼ਮਣ ਵਰਗੇ ਨਹੀਂ ਲੱਗਦੇ? ਉਹ ਪਖੰਡੀ ਹਨ ਜੋ ਸਾਡੇ ਦਿਲਾਂ ਤੇਲਾਂ ਦੇ ਦਿੱਤੇ ਗਏ ਹਨ। ਸਾਡੇ ਤੇ ਰਾਜ ਕਰਨ ਲਈ ਉਹ ਸਾਡੀ ਅਗਿਆਨਤਾ ਦਾ, ਸਾਡੀ ਗਰੀਬੀ ਦਾ, ਸਾਡੀ ਕਮਜ਼ੋਰੀਆਂ ਦਾ ਅਤੇ ਸੀਮਾਵਾਂ ਦਾ ਫਾਇਦਾ ਉਠਾਉਂਦੇ ਹਨ।
ਦਰਗਾਹ ਕਿਰਾਏ ਦਾ ਟੱਟੂ ਹੈ, ਰਾਜਨੀਤੀ ਦਾ ਅੱਡਾ ਹੈ, ਇਹ ਪਵਿੱਤਰ ਨਹੀਂ ਹੈ। ਤੋਤੀ ਦੀ ਬੇਬਾਕੀ ਤੇ ਮੈਂ ਹੈਰਾਨ ਰਹਿ ਗਈ। ਉਸ ਵਰਗੀ ਗੁਸਤਾਖੀ ਕਰਨ ਦੀ ਇੱਥੇ ਕੋਈ ਜ਼ਰੂਰਤ ਨਹੀਂ ਕਰ ਸਕਦਾ ਸੀ। ਹਾਲਾਂਕਿ ਉਸ ਦੀਆਂ ਇਹੋ ਜਿਹੀਆਂ ਭੜਕਾਊ ਗੱਲਾਂ ਸੁਣ ਕੇ ਮੈਂ ਅਕਸਰ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ, ਲੇਕਿਨ ਕੁਝ ਹੋਰ ਜਾਣਨ ਦੀ ਜਗਿਆਸਾ ਮੈਨੂੰ ਉਸ ਦੇ ਕੋਲ ਲੈ ਆਉਂਦੀ, ਮੈਨੂੰ ਝੰਜੋੜਦੀ, ਮੈਨੂੰ ਹਸਾਉਂਦੀ ਹੋਈ ਅਤੇ ਕਦੀ-ਕਦੀ ਮੈਨੂੰ ਨਾਉਮੀਦੀ ਦੀ ਡੂੰਘੀ ਖਾਈ ਵਿੱਚ ਸੁੱਟਦੀ। ਤੋਤੀ ਗੱਲਾਂ ਕਰਦੀ ਰਹਿੰਦੀ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸਾਂ ਕਿ ਉਹ ਇੰਨੀ ਬੇਬਾਕੀ ਨਾਲ ਆਪਣੀ ਰਾਏ ਕਿਵੇਂ ਦੇ ਦਿੰਦੀ ਹੈ, ਲੇਕਿਨ ਇਸ ਸਵਾਲ ਨੂੰ ਮੈਂ ਟਾਲਦੀ ਰਹੀ। ਜੇ ਉਹ ਪਰੇਸ਼ਾਨ ਹੋ ਗਈ ਤਾਂ ਉਸ ਦਾ ਬੋਲਣਾ ਬੰਦ ਹੋ ਜਾਵੇਗਾ। ਅੰਗਰੇਜ਼ਾਂ ਨੂੰ ਉਹ ਚਾਬੀ ਮਿਲ ਗਈ ਸੀ ਜਿਸ ਨਾਲ ਉਹ ਇੱਥੋਂ ਦੇ ਲੋਕਾਂ ਦੇ ਦਿਮਾਗਾਂ ਨੂੰ ਖੋਲ੍ਹ ਸਕਦੇ ਸਨ। ਜੇ ਕੋਈ ਸਿਰ ਚੁੱਕਦਾ, ਪੀਰ ਉਸ ਨੂੰ ਕੱਟ ਦਿੰਦਾ। ਉਸ ਨੇ ਕਿਹਾ, ਬਾਬਾ ਜੀ ਦਾ ਇਸਤੇਮਾਲ ਕੰਜਲੀਆਂ ਵਾਂਗ ਕੀਤਾ ਗਿਆ। ਉਸ ਨੇ ਕਿਹਾ ਅਤੇ ਮੇਰਾ ਹੱਥ ਮੇਰੇ ਮੂੰਹ ਤੇ ਪਹੁੰਚ ਗਿਆ। ਭੜੂਏ ਦਲਾਲਾਂ ਦੇ ਖਾਨਦਾਨਾਂ ਨੇ ਉਸ ਨੂੰ ਅੰਗਰੇਜ਼ਾਂ ਦੇ ਹੱਕ ਵਿੱਚ 90 ਸਾਲ ਦੇ ਪਟੇ ਵਿੱਚ ਵੇਚ ਦਿੱਤਾ, ਜਦਕਿ ਸਿੱਧੇ ਸਾਦੇ ਲੋਕ ਇਹ ਯਕੀਨ ਕਰਦੇ ਰਹੇ ਕਿ ਉਹਨਾਂ ਤੇ ਅੱਲਾ ਦੀ ਖਾਸ ਰਹਿਮਤ ਹੈ। ਜੇ ਦਰਗਾਹ ਤੇ ਅੱਲਾ ਦੀ ਮਿਹਰ ਹੈ ਤਾਂ ਉਸ ਨਾਲ ਕੌਣ ਲੜੇਗਾ? ਜਦ ਉਹ ਇਹ ਪੁੱਛ ਰਹੀ ਸੀ, ਮੈਨੂੰ ਭਾਰੀ ਧੱਕਾ ਲੱਗਾ ਤੇ ਮੈਂ ਉਸ ਨੂੰ ਘੂਰਨ ਲੱਗੀ। ਹਾਲਾਂਕਿ ਅੰਗਰੇਜ਼ ਚਲੇ ਗਏ ਸਨ, ਪਰ ਅਸੀਂ ਹੁਣ ਵੀ ਉਹੀ ਨਰਕ ਭੋਗ ਰਹੇ ਹਾਂ ਜਿਸ ਨੂੰ ਖੁਦ ਉਹਨਾਂ ਨੇ ਪੈਦਾ ਕੀਤਾ ਸੀ ਤੇ ਜੋ ਹੁਣ ਉਹਨਾਂ ਦੇ ਮਤਲਬ ਦਾ ਨਹੀਂ ਸੀ। ਮੈਂ ਹੈਰਾਨ ਵੀ ਸੀ ਕਿ ਤੋਤੀ ਨਾਲ ਮੇਰੀਆਂ ਮੁਲਾਕਾਤਾਂ ਤੇ ਕੋਈ ਪ੍ਰਤੀਕਿਰਿਆ ਨਹੀਂ ਸੀ। ਪੀਰ ਸਾਈਂ ਦੇ ਅੱਗੇ ਚੀਲ ਦੇ ਬੁੱਲ ਨਹੀਂ ਸੀ ਹਿੱਲੇ। ਅੰਮਾ ਸਾਈਂ ਨੇ ਮੈਨੂੰ ਮੇਰੀ ਤਬਾਹੀ ਦੇ ਲਈ ਅਗਾਹ ਨਹੀਂ ਕੀਤਾ। ਹਰ ਵਾਰ ਤੋਤੀ ਜਦ ਆਉਂਦੀ, ਸਭ ਕੁਝ ਉੱਥੇ ਦਾ ਉੱਥੇ ਠਹਿਰ ਜਾਂਦਾ ਜਦ ਤੱਕ ਉਹ ਚਲੇ ਨਾ ਜਾਂਦੀ। ਮੈਂ ਹੈਰਾਨ ਹੁੰਦੀ ਕਿ ਕੀ ਮੈਂ ਸ਼ਾਇਦ ਇਸ ਗੱਲ ਦਾ ਤਸੱਵੁਰ ਕਰ ਰਹੀ ਸਾਂ ਜਾਂ ਤੋਤੀ ਬਾਰੇ ਸੋਚ ਰਹੀ ਸਾਂ। ਤੋਤੀ ਆਪਣੇ ਆਦਮੀ ਨਾਲ ਮੁਹੱਬਤ ਕਰਦੀ ਰਹੀ। ਮੈਨੂੰ ਯਕੀਨ ਸੀ ਕਿ ਮੈਨੂੰ ਕੋਈ ਹੋਰ ਮਰਦ ਨਹੀਂ ਮਿਲੇਗਾ। ਉਹ ਹੱਸਦੀ, ਪਰ ਇਹ ਨਾ ਦੱਸਦੀ ਕਿ ਉਸ ਦੀ ਮੌਤ ਕਿਵੇਂ ਹੋਈ। ਇਸ ਦੀ ਬਜਾਏ ਉਹ ਮੇਰੇ ਵੱਲ ਗਹਿਰੇ ਸੋਗ ਨਾਲ ਡੁੱਬੀਆਂ ਅੱਖਾਂ ਨਾਲ ਵੇਖਦੀ ਅਤੇ ਬੁਝਾਰਤਾਂ ਬੁਝਾਉਂਦੀ। ਸਾਡੇ ਵੱਲ ਇੱਕ ਤੂਫਾਨ ਵਧਿਆ ਅਤੇ ਸਾਡੀ ਮੁਹੱਬਤ ਨੂੰ ਅਸਮਾਨ ਵਿੱਚ ਉਡਾ ਲੈ ਗਿਆ। ਧੂੜ ਉੱਡਦੀ ਰਹੀ, ਉਹ ਕਦੀ ਜੰਮੀ ਨਹੀਂ। ਹੁਣ ਮੇਰੇ ਵੱਲ ਵੇਖੋ, ਇੱਕ ਦਿਨ ਮੈਂ ਜਵਾਨ ਸੀ, ਅਗਲੇ ਹੀ ਦਿਨ ਮੈਂ ਬੁੱਢੀ ਹੋ ਗਈ ਸਾਂ। ਇੱਕ ਦਿਨ ਉਹ ਖੁਸ਼ੀ ਨਾਲ ਟੱਪਦੀ ਹੋਈ ਮੇਰੇ ਕੋਲ ਆਈ। ਸ਼ਾਦੀ ਦੀ ਵਰ੍ਹੇਗੰਢ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਬੀਬੀ ਜੀ, ਇਸ ਦਿਨ ਦੀ ਉਡੀਕ ਵਿੱਚ ਮੈਂ ਸਾਰਾ ਸਾਲ ਲਗਾ ਦਿੱਤਾ। ਮੇਰੇ ਹੈਰਾਨ ਹੋਣ ਤੇ ਉਸ ਦਾ ਹਾਸਾ ਨਿਕਲ ਆਇਆ। ਮਰਦ ਬੇਵਫਾ ਹਰਾਮੀ ਹੁੰਦੇ ਹਨ ਬੀਬੀ ਜੀ, ਪਰ ਮੇਰਾ ਮਰਦ ਵਫਾਦਾਰ ਹੈ। ਉਸ ਮਰਨ ਤੱਕ ਵੀ ਮੇਰੇ ਨਾਲ ਜੁੜੇ ਰਹਿਣ ਦਾ ਵਾਅਦਾ ਕੀਤਾ ਹੈ। ਮੇਰੀ ਖੁਆਇਸ਼ ਹੋਈ ਕਿ ਮੈਨੂੰ ਵੀ ਇੱਕ ਜਿਉਂਦੇ ਸ਼ਹਿਰ ਦੀ ਬਜਾਏ ਇੱਕ ਮੁਰਦਾ ਮਰਦ ਮਿਲ ਗਿਆ ਹੁੰਦਾ। ਆਪਣੀ ਸ਼ਾਦੀ ਦੀ ਵਰ੍ਹੇਗੰਢ ਤੇ ਤੋਤੀ ਨੇ ਜ਼ਰੀ ਦੀ ਕਮੀਜ਼ ਪਾਈ ਜਿਸ ਦੇ ਸੋਨੇ ਦੇ ਤਾਰ ਉੱਧੜ ਗਏ ਸਨ। ਕਮੀਜ਼ ਦੀਆਂ ਤਹਿਾਂ ਉਸ ਦੇ ਪੁਰਾਣੇ ਹੋਣ ਵੱਲ ਇਸ਼ਾਰਾ ਕਰ ਰਹੀਆਂ ਸਨ। ਉਸ ਦੇ ਸਿਰ ਤੇ ਲਿਆ ਟਿਸ਼ੂ ਦਾ ਦੁਪੱਟਾ ਸਿਰ ਤੋਂ ਤਾਰ-ਤਾਰ ਹੋ ਗਿਆ ਸੀ ਅਤੇ ਸੁਨਹਿਰੀ ਜੁੱਤੀਆਂ ਦੀ ਚਮਕ ਧੁੰਦਲੀ ਪੈ ਚੁੱਕੀ ਸੀ। ਉਸ ਦੀਆਂ ਬੂੰਦਿਆਂ ਦੀਆਂ ਲੰਬੀਆਂ-ਲੰਬੀਆਂ ਕੜੀਆਂ ਲਮਕ ਰਹੀਆਂ ਸਨ ਅਤੇ ਥੋੜੇ ਜਿਹੇ ਵਾਲਾਂ ਵਿੱਚ ਜੰਗਾਲ ਖਾਧੀਆਂ ਚਿਮਟੀ ਵਿੱਚ ਫਸੀਆਂ ਹੋਈਆਂ ਸਨ। ਠੋਡੀ ਦੇ ਹੇਠਾਂ ਉਸ ਦੀ ਝੁਕੀ ਹੋਈ ਕਾਠੀ ਤੇ ਇੱਕ ਹਾਰ ਝੂਲ ਰਿਹਾ ਸੀ। ਤੋਤੀ ਨੇ ਆਪਣੇ ਦੋਵੇਂ ਹੱਥ ਜੋੜੇ ਇੱਕ ਛੋਟੀ ਸ਼ੈਤਾਨ ਬੱਚੀ ਵਾਂਗ ਚਹਿਕਦੀ ਹੋਈ ਘੁੰਮ ਕੇ ਬੋਲੀ, ਉਹ ਇੱਥੇ ਆਵੇਗਾ ਅੱਜ ਦੁਪਹਿਰ ਨੂੰ। ਤੂੰ ਉਸ ਨੂੰ ਵੇਖ ਸਕੇਂਗੀ, ਮੈਂ ਤੈਨੂੰ ਵਿਖਾਉਂਗੀ। ਇਸ ਪੂਰਾ ਨਾ ਹੋ ਸਕਣ ਵਾਲੇ ਨੁਕਸਾਨ ਨਾਲ ਵਿਚਾਰੀ ਤੋਤੀ ਪਾਗਲ ਜਿਹੀ ਹੋ ਗਈ ਸੀ। ਮੈਂ ਉਸ ਨੂੰ ਮਖੌਲ ਵਿੱਚ ਪੁੱਛਿਆ ਕਿ ਉਸ ਨੂੰ ਹੋਰ ਲੋਕ ਨਹੀਂ ਵੇਖ ਸਕਣਗੇ। ਬਿਲਕੁਲ ਨਹੀਂ, ਉਸੇ ਮਾਣ ਨਾਲ ਕਿਹਾ। ਮੇਰੇ ਆਦਮੀ ਨੂੰ ਸਿਰਫ ਉਹੀ ਵੇਖ ਸਕਣਗੇ ਜਿਨ੍ਹਾਂ ਨੂੰ ਮੈਂ ਚਾਹਾਂਗੀ। ਤੋਤੀ ਬਿਜਲੀ ਦੇ ਬੱਲਬ ਵਾਂਗ ਦਮਕ ਉੱਠੀ। ਮੇਰੀਆਂ ਰਗਾਂ ਵਿੱਚ ਠੰਡ ਦੀ ਲਹਿਰ ਦੌੜ ਗਈ। ਮੈਨੂੰ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ। ਉਹ ਆ ਗਿਆ ਸੀ, ਲੰਬਾ ਅਤੇ ਚੌੜਾ, ਪਰ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਉਸ ਦੀਆਂ ਮੁੱਛਾਂ ਪੁੱਡੀਆਂ ਸਨ, ਪਰ ਉਹ ਖਿਲ ਰਿਹਾ ਹੋਇਆ ਸੀ। ਮੈਂ ਉਸ ਨੂੰ ਵੇਖਿਆ ਸੀ। ਇਸ ਰੂਹਾਨੀ ਅਹਿਸਾਸ ਤੇ ਮੈਂ ਚੀਕਣਾ ਚਾਹੁੰਦੀ ਸਾਂ, ਲੇਕਿਨ ਮੇਰੀ ਜ਼ੁਬਾਨ ਜਿਵੇਂ ਸੀਤੀ ਗਈ ਹੋਵੇ। ਹਵੇਲੀ ਵਿੱਚ ਇੱਕ ਅਣਜਾਣ ਆਦਮੀ ਸੀ। ਅੱਲਾ ਦਾ ਸ਼ੁਕਰ ਸੀ ਕਿ ਉਹ ਮਰਿਆ ਹੋਇਆ ਸੀ। ਜਦ ਮੇਰੀ ਹੋਸ਼ ਪਰਤੀ, ਮੈਂ ਆਪਣੀ ਬੁਣਤੀ ਦੇ ਉਸੇ ਕੁੰਡੇ ਤੇ ਸੀ। ਤੋਤੀ ਦੀ ਖੂਬਸੂਰਤ ਮੁਸਕਰਾਹਟ ਨਾਰਾਜ਼ਗੀ ਵਿੱਚ ਬਦਲ ਗਈ। ਪੂਰਾ ਸਾਲ ਮੈਂ ਉਸ ਦੀ ਇੱਕ ਝਲਕ ਪਾਉਣ ਦੀ ਉਡੀਕ ਕਰਦੀ ਰਹੀ, ਲੇਕਿਨ ਉਹ ਮਹਿਜ਼ ਇੱਕ ਪਲ ਲਈ ਰੁਕਦਾ ਹੈ। ਬਾਰਿਸ਼ ਦੇ ਲਈ ਮੈਂ ਇੱਕ ਪਿਆਸੀ ਧਰਤੀ ਵਾਂਗ ਉਸ ਦਾ ਰਾਹ ਵੇਖਦੀ ਹਾਂ ਅਤੇ ਬੱਦਲ ਮੇਰੇ ਸਿਰ ਤੇ ਚੜ ਆਉਂਦਾ ਅਤੇ ਬਰੇ ਬਿਨਾਂ ਚਲਾ ਜਾਂਦਾ। ਜਦ ਮੈਂ ਉਸ ਨੂੰ ਹਿੰਮਤ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਤਾਂ ਤੋਤੀ ਮੇਰੇ ਨਾਲ ਨਾਰਾਜ਼ ਹੋ ਗਈ।
जबकि मेरे अपने जिस्म विच भी डर दी लहर दौड़ गई सी। तू अपने शहर दे लई औलाद जमदी ए तां मैं मुसीबत क्यों उठावां? ਇਹ गलत है कि तू जिम्मेवारी महसूस नहीं करदी, उसने शिकायत की। ਇਹ ਪਹਿਲਾ मौका सी जद कि उसने साडे ते इल्जाम लाया सी। बेध्याने मैं उसनूं पुछ बैठी, तेरे मर्द दा कतल की असां कीता सी? दोहरी हो के तोती जवाब दित्ते बिना चली गई। मैं एक ਵੱਡੇ ਭੇਦ ਨੂੰ ਲੈ ਕੇ ਝੀਲ ਦੇ ਸਾਹਮਣੇ ਲੰਘ ਗਈ। ਉਸ ਰਾਤ ਮੈਨੂੰ ਜੰਮਣ ਪੀੜ ਹੋਈ। ਮੇਰੇ ਅੰਦਰ ਕਿਸੇ ਡੂੰਘਾਈ ਵਿੱਚੋਂ ਦਰਦ ਚੁੱਪਚਾਪ ਉੱਠਿਆ ਅਤੇ 16 ਘੰਟੇ ਤੱਕ ਬਿਨਾਂ ਰੁਕੇ ਵਾਧਾ ਘਟਦਾ ਰਿਹਾ। ਆਖਿਰਕਾਰ ਦਰਗਾਹ ਲਈ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਬੇਹੋਸ਼ੀ ਦੀ ਹਾਲਤ ਵਿੱਚ ਮੈਨੂੰ ਖੁਸ਼ੀਆਂ ਮਨਾਉਣ ਦੀਆਂ ਆਵਾਜ਼ਾਂ ਮਹਿਸੂਸ ਹੋਣ ਲੱਗੀਆਂ। ਮਾਲਕ ਸੰਜੀਦਾ ਬਣਿਆ ਰਿਹਾ ਅਤੇ ਵਧਾਈਆਂ ਦਾ ਜਵਾਬ ਉਸਨੇ ਦੁਆਵਾਂ ਨਾਲ ਦਿੱਤਾ। ਮੇਰੇ ਬੇਟੇ ਦੀ ਜ਼ਿੰਦਗੀ ਦੇ 40ਵੇਂ ਦਿਨ ਮੈਨੂੰ ਸੁਨਹਿਰੀ ਕਿਮਖਾਬ ਦੇ ਕੱਪੜੇ ਪਾਏ। ਮੈਂ ਸੁਨਹਿਰੀ ਕਿਮਖਾਬ ਦੇ ਕੱਪੜੇ ਪਾਏ ਅਤੇ ਸਿਰ ਤੇ ਇੱਕ ਗੈਰ ਮਾਮੂਲੀ ਟਿਸ਼ੂ ਦਾ ਦੁਪੱਟਾ ਲਿਆ। ਸੁਨਹਿਰੀ ਧਾਗਿਆਂ ਨਾਲ ਬਣੀਆਂ ਜੁੱਤੀਆਂ ਮੇਰੇ ਪੈਰਾਂ ਵਿੱਚ ਜਵਾਹਰਾਤ ਵਾਂਗ ਜਗਮਗਾ ਰਹੀਆਂ ਸਨ ਅਤੇ ਕੰਨਾਂ ਵਿੱਚ ਹੀਰੇ ਪੰਨੇ ਝੂਮ ਰਹੇ ਸਨ। ਆਪਣੀਆਂ ਬਾਹਾਂ ਵਿੱਚ ਵਾਰਸ ਨੂੰ ਚੁੱਕੀ ਅਤੇ ਪਿੱਛੇ ਔਰਤਾਂ ਦੇ ਝੁੰਡ ਦੇ ਨਾਲ ਮੈਂ ਉਸਦੇ ਪੁਰਖਿਆਂ ਦੀ ਦਰਗਾਹ ਦੀ ਜ਼ਿਆਰਤ ਕਰਨ ਗਈ। ਰਾਹ ਵਿੱਚ ਮੈਂ ਆਪਣੇ ਬੇਟੇ ਦੇ ਭਵਿੱਖ ਅਤੇ ਉਸਦੀ ਤਬਾਹੀ ਦੇ ਬਾਰੇ ਸੋਚ ਕੇ ਕੰਬ ਗਈ। ਹਰ ਕੋਈ ਸੋਚ ਰਿਹਾ ਸੀ ਕਿ ਉਸ ਤੇ ਅੱਲਾ ਦਾ ਖਾਸ ਕਰਮ ਹੈ। ਮੈਂ ਜਾਣਦੀ ਸਾਂ ਕਿ ਉਸ ਤੇ ਖੁਦਾ ਦਾ ਕਹਿਰ ਟੁੱਟ ਸਕਦਾ ਹੈ। ਬਾਬਾ ਜੀ ਦੇ ਮਜ਼ਾਰ ਤੇ ਮੈਂ ਇਹੋ ਦੁਆ ਮੰਗੀ, ਮੇਰੇ ਬੇਟੇ ਦੇ ਬਾਰੇ ਫੈਸਲਾ ਇਸ ਗੱਲ ਤੋਂ ਨਾ ਲੈਣਾ ਕਿ ਉਸ ਦਾ ਬਾਪ ਉਸ ਨੂੰ ਕੀ ਬਣਨ ਦੀ ਤਾਲੀਮ ਦੇਵੇਗਾ। ਉਸ ਨੇ ਖੁਦਾ ਤੋਂ ਦੁਆ ਮੰਗੀ, ਮਿਹਰਬਾਨੀ ਕਰਕੇ ਇਸ ਬੱਚੇ ਨੂੰ ਬਾਬਾ ਜੀ ਵਰਗਾ ਬਣ ਦੇਣਾ, ਇਸ ਬੱਚੇ ਨੂੰ ਬੁੱਤ ਬਣਨ ਤੋਂ ਬਚਾਉਣ, ਮਿਹਰਬਾਨੀ ਕਰਨ ਇਸ ਨੂੰ ਸੱਚਾ ਮੁਸਲਮਾਨ ਬਣਿਆ ਰਹਿਣ ਦੇਣ। ਮੈਂ ਵਿਹੜੇ ਵਿੱਚ ਆਈ ਜੋ ਸ਼ੋਕ ਰੰਗਾਂ ਨਾਲ ਸਜੀਆਂ ਔਰਤਾਂ ਨਾਲ ਜਗਮਗਾ ਰਿਹਾ ਸੀ। ਲਾਲ, ਹਰੇ, ਨੀਲੇ, ਪੀਲੇ ਰੰਗ ਮੇਰੀ ਰੂਹ ਵਿੱਚ ਜਜ਼ਬ ਹੋ ਗਏ। ਆਉਣ ਵਾਲੇ ਕੱਲ ਤੋਂ ਬੇਖਬਰ ਔਰਤਾਂ ਖੁਸ਼ੀ ਨਾਲ ਨੱਚ ਰਹੀਆਂ ਸਨ। ਲੱਗਦਾ ਸੀ ਕਿ ਇਹ ਦੂਸਰੇ ਲੋਕਾਂ ਦੀ ਦੂਸਰੀ ਦੁਨੀਆ ਹੈ, ਸਿਵਾਏ ਝੀਲ ਦੇ ਜੋ ਹੁਣ ਆਪਣੇ ਸੀਨੇ ਤੇ ਆਪਣੀਆਂ ਬਾਹਾਂ ਬੰਨੀ ਖੜੀ ਸੀ। ਮਾਲਦਾਰ ਜ਼ਿਮੀਂਦਾਰਾਂ ਦੀਆਂ ਬੀਵੀਆਂ ਸੋਨੇ ਦੇ ਗਹਿਣੇ ਲਿਆਈਆਂ ਸਨ ਅਤੇ ਗਰੀਬ ਆਪਣਾ ਸਭ ਕੁਝ ਜੋ ਉਹਨਾਂ ਕੋਲ ਸੀ। ਹਵੇਲੀ ਦੇ ਬਾਹਰ ਫਲਾਂ ਅਤੇ ਮਠਿਆਈਆਂ ਦੇ ਵੱਡੇ ਵੱਡੇ ਟੋਕਰੇ, ਕੇਕ ਅਤੇ ਮੇਵੇ ਦੇ ਬਕਸੇ, ਘਿਓ ਅਤੇ ਤੇਲ ਦੇ ਪੀਪੇ, ਆਟੇ ਅਤੇ ਖੰਡ ਦੇ ਬੋਰੇ ਸਨ। ਕੱਟੇ ਹੋਏ ਸੈਂਕੜੇ ਜਾਨਵਰਾਂ ਦੇ ਢੇਰ ਲੱਗੇ ਸਨ। ਇਹ ਉਰਸ ਵਰਗਾ ਦਿਨ ਸੀ ਜਦ ਮੌਤ ਨੂੰ ਅੱਲਾ ਦੇ ਨਾਲ ਦੁਬਾਰਾ ਮਿਲਣ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਆਪਣੇ ਪਹਿਲੇ ਦੋਤੇ ਨੂੰ ਲੈ ਕੇ ਮਾਂ ਫੁੱਲੀ ਨਹੀਂ ਸੀ ਸਮਾ ਰਹੀ। ਉਸ ਦੇ ਬਾਅਦ ਜਦ ਕਦੀ ਉਹ ਮੈਨੂੰ ਵੇਖਦੀ, ਮੇਰਾ ਬੋਸਾ ਲੈਂਦੀ ਅਤੇ ਪੂਰੇ ਜਜ਼ਬਾਤ ਨਾਲ ਦੁਆ ਮੰਗਦੀ, ਅੱਲਾ ਕਰੇ ਤੈਨੂੰ ਹੋਰ ਜ਼ਿਆਦਾ ਇੱਜ਼ਤ ਅਤੇ ਬਰਕਤ ਮਿਲੇ, ਅੱਲਾ ਕਰੇ ਤੂੰ ਸਾਰੇ ਜਹਾਨ ਤੇ ਰਾਜ ਕਰੇ। ਕੀ ਉਹ ਵਾਕਫ ਨਹੀਂ ਸੀ ਕਿ ਮੇਰਾ ਇਹੋ ਜਹਾਨ ਹੈ? ਮੈਂ ਖੁਦ ਬਖੁਦ ਸੋਚਿਆ ਮੈਂ ਮਾਂ ਤੋਂ ਕਿੰਨੀ ਦੂਰ ਸੀ, ਲੇਕਿਨ ਉਸ ਨੇ ਇਸ ਤੇ ਗੌਰ ਕਰਨ ਤੋਂ ਨਾ ਕਰ ਦਿੱਤੀ ਸੀ। ਪੀਰ ਸਾਈਂ ਦੇ ਭਰਾਵਾਂ ਦੀਆਂ ਬੀਬੀਆਂ ਮੇਰੇ ਵੱਲ ਚਾਰ ਦੇ ਗਰੋਹ ਵਿੱਚ ਆਈਆਂ। ਉਹ ਹਮੇਸ਼ਾ ਇੱਕ ਦੂਸਰੇ ਨਾਲ ਚਿੰਬੜੀਆਂ ਰਹਿੰਦੀਆਂ। ਮੈਂ ਉਹਨਾਂ ਵਿੱਚੋਂ ਕਦੀ ਕਿਸੇ ਨੂੰ ਇਕੱਲੇ ਨਹੀਂ ਵੇਖਿਆ। ਦਰਗਾਹ ਦੇ ਨਵੇਂ ਵਾਰਸ ਅਤੇ ਦੁਆਵਾਂ ਦੀ ਵਰਖਾ ਕਰਦੀਆਂ ਹੋਈਆਂ ਉਹਨਾਂ ਉਸ ਨੂੰ ਪੈਦਾ ਕਰਨ ਤੇ ਮੈਨੂੰ ਮੁਬਾਰਕਬਾਦ ਦਿੱਤੀ। ਇਸ ਕਾਮਯਾਬੀ ਨੇ ਮੈਨੂੰ ਜ਼ਿਆਦਾ ਤਾਕਤਵਰ ਬਣਾ ਦਿੱਤਾ ਸੀ, ਲੇਕਿਨ ਇਹ ਅਹਿਸਾਸ ਦੇ ਕਾਰਨ ਕਈ ਹੋਰ ਚੀਜ਼ਾਂ ਕੁਝ ਧੁੰਦਲਾ ਗਈਆਂ ਸਨ। ਜਦ ਮੀਸਰੀ ਨੂੰ ਆਪਣੇ ਵੱਲ ਆਉਂਦੇ ਹੋਏ ਵੇਖਿਆ, ਮੈਂ ਉਸ ਨੂੰ ਉਸਦੇ ਪਾਪਾਂ ਦੀ ਬੇਫਿਕਰੀ ਵਿੱਚੋਂ ਝੰਜੋੜ ਕੇ ਬਾਹਰ ਲਿਆਉਣਾ ਚਾਹਿਆ, ਲੇਕਿਨ ਮੈਂ ਉਸ ਨਾਲ ਜੋਸ਼ੋ ਖਰੋਸ਼ ਨਾਲ ਮਿਲੀ। ਹਰ ਵਾਰ ਜਦ ਉਹ ਮੇਰੇ ਵੱਲ ਨਹੀਂ ਵੇਖ ਰਹੀ ਹੁੰਦੀ, ਮੈਂ ਉਸ ਨੂੰ ਗੌਰ ਨਾਲ ਸਿਰ ਤੋਂ ਪੈਰਾਂ ਤੱਕ ਵੇਖਦੀ ਅਤੇ ਹੈਰਾਨ ਹੁੰਦੀ। ਉਹ ਇੰਨੀ ਬੇਹਰਕਤ ਸੀ ਕਿ ਇੱਕ ਮਰੀ ਹੋਈ ਔਰਤ ਲੱਗਦੀ ਜੋ ਤੁਰ ਰਹੀ ਸੀ। ਉਸਦੇ ਜਜ਼ਬਾਤ ਅੰਦਰ ਹੀ ਕਿਤੇ ਡੁੱਬ ਗਏ ਸਨ। ਉਸਦਾ ਚਿਹਰਾ ਕੁਝ ਨਹੀਂ ਸੀ ਬੋਲਦਾ। ਉਸਦੀਆਂ ਅੱਖਾਂ ਵਿੱਚ ਇੰਨਾ ਖੌਫ ਸੀ ਕਿ ਜੋ ਉਹਨਾਂ ਵਿੱਚ ਵੇਖਦਾ ਉਹ ਖੁਦ ਖੌਫਜ਼ਦਾ ਹੋ ਜਾਂਦਾ। ਉਸਦੇ ਅੰਦਰ ਸ਼ਿਕਾਰੀ ਦੇ ਜਾਲ ਵਿੱਚ ਫਸੇ ਖਰਗੋਸ਼ ਵਾਂਗ ਤੜਪ ਸੀ। ਉਸਦੀ ਮਾਂ ਉਸ ਤੋਂ ਵੱਖਰੀ ਸੀ। ਉਸਦੇ ਚਿਹਰੇ ਤੇ ਗੁੱਸਾ ਸੀ ਅਤੇ ਨੈਣ ਨਕਸ਼ ਬੇਹੱਦ ਤਿੱਖੇ ਸਨ। ਹਵੇਲੀ ਵਿੱਚ ਉਸਦੀ ਤੂਤੀ ਬੋਲਦੀ ਸੀ, ਲੇਕਿਨ ਸਿਰਫ ਇਸ ਲਈ ਕਿ ਉਹ ਕਿਤੇ ਦਖਲ ਨਹੀਂ ਦਿੰਦੀ। ਮੈਂ ਇਹ ਵੀ ਗੌਰ ਕੀਤਾ ਕਿ ਮੀਸਣੀ ਅਤੇ ਉਸਦੀ ਮਾਂ ਇੱਕ ਦੂਸਰੇ ਨਾਲ ਸਿੱਧੇ ਤੌਰ ਤੇ ਗੱਲ ਨਹੀਂ ਸੀ ਕਰਦੀਆਂ। ਰਿਸ਼ਤੇਦਾਰ ਅਤੇ ਨੌਕਰ ਉਹਨਾਂ ਦੇ ਸੁਨੇਹੇ ਇੱਕ ਦੂਜੇ ਤੱਕ ਪਹੁੰਚਾਉਂਦੇ ਸਨ। ਅਮੀਰਾਂ ਦੀਆਂ ਬੀਬੀਆਂ ਦੇ ਵਿੱਚ ਸਖੀ ਬੀਬੀ ਵੀ ਬੈਠੀ ਸੀ। ਉਹ ਸਖੀ ਬਾਬਾ ਨਾਂ ਦੇ ਇੱਕ ਮਿੱਲ ਮਾਲਕ ਦੀ ਬੀਬੀ ਸੀ। ਉਹ ਆਈ ਅਤੇ ਮੇਰੇ ਕੋਲ ਬੈਠ ਗਈ। ਬਿਮਾਰੀ ਦੇ ਕਾਰਨ ਕਈ ਸਾਲਾਂ ਤੋਂ ਉਹ ਇੱਕ ਦੂਰ ਦਰਾਜ ਦੇ ਪਿੰਡ ਵਿੱਚ ਆਪਣੇ ਬਾਪ ਦੇ ਕੋਲ ਹਮੇਸ਼ਾ ਬਿਸਤਰੇ ਤੇ ਰਹਿ ਰਹੀ ਸੀ। ਸਖੀ ਬੀਬੀ ਨੇ ਆਪਣੀ ਆਵਾਜ਼ ਹੌਲੀ ਕੀਤੀ,
ਅਤੇ ਮੇਰੇ ਕੰਨ ਵਿੱਚ ਇੱਕ ਖਿਆਲ ਪਾ ਦਿੱਤਾ ਜੋ ਪਹਿਲਾਂ ਤੋਂ ਹੀ ਮੇਰੇ ਜ਼ਿਹਨ ਵਿੱਚ ਚੱਕਰ ਲਾ ਰਿਹਾ ਸੀ। ਕੁਰਾਨ ਦਾ ਤਰਜੁਮਾ ਪੜ੍ਹੋ, ਇਸ ਨੂੰ ਆਪਣੇ ਆਪ ਵਿੱਚ ਸਮਝੋ। ਸਾਡੇ ਮਜ਼ਹਬ ਦਾ ਮਤਲਬ ਤੈਨੂੰ ਪਵਿੱਤਰ ਕਿਤਾਬ ਸਮਝਾ ਦੇਵੇਗੀ। ਮੈਂ ਅੰਮਾ ਸਾਈਂ ਦੀਆਂ ਤਿਊੜੀਆਂ ਚੜ੍ਹਦੀਆਂ ਅਤੇ ਉਤਰਦੀਆਂ ਵੇਖੀਆਂ। ਮੈਂ ਜਸ਼ਨ ਵਿੱਚ ਗਵਾਚ ਗਈ, ਲੇਕਿਨ ਮੇਰੀਆਂ ਅੱਖਾਂ ਸਖੀ ਬੀਬੀ ਨੂੰ ਭਾਲ ਰਹੀਆਂ ਸਨ। ਅੰਮਾ ਸਾਈਂ ਨੇ ਮੈਨੂੰ ਫੜ ਲਿਆ ਤੇ ਹੁਕਮ ਦਿੱਤਾ, ਉਸ ਮਿਲ ਮਾਲਕ ਦੀ ਬੀਵੀ ਨਾਲ ਬਕ-ਬਕ ਨਾ ਕਰ, ਉਹ ਸਾਡੀ ਦੋਸਤ ਨਹੀਂ। ਜਦ ਉਹਨਾਂ ਨੇ ਪੁੱਛਿਆ ਕਿ ਉਸਨੇ ਕੀ ਕਿਹਾ, ਮੈਂ ਝੂਠ ਬੋਲ ਦਿੱਤਾ। ਉਸ ਦੀ ਜਗ੍ਹਾ ਅੰਮਾ ਸਾਈਂ ਨੇ ਮੈਨੂੰ 2 ਭੈਣਾਂ ਨੂੰ ਮਿਲਾਇਆ ਜੋ 2 ਸਕੇ ਭਰਾਵਾਂ ਦੀਆਂ ਬੀਵੀਆਂ ਸਨ। ਦੋਵੇਂ ਕਿਸਾਨ ਸਨ ਅਤੇ ਉਹਨਾਂ ਖਾਨਦਾਨਾਂ ਵਿੱਚੋਂ ਸਨ ਜੋ ਕਈ ਦਹਾਕਿਆਂ ਤੋਂ ਦਰਗਾਹ ਦੇ ਪੱਕੇ ਮੁਰੀਦ ਸਨ। 18 ਸਾਲ ਪਹਿਲਾਂ ਤੱਕ ਦੋਵੇਂ ਭੈਣਾਂ ਦੀ ਕੋਈ ਔਲਾਦ ਨਹੀਂ ਸੀ, ਜਦ ਤੱਕ ਕਿ ਪੀਰ ਸਾਈਂ ਦੀ ਮਿਹਰ ਨਾਲ ਇੱਕ ਦੇ ਬੇਟਾ ਤੇ ਇੱਕ ਦੀ ਬੇਟੀ ਹੋਈ। ਕਿਸਾਨਾਂ ਨੇ ਮਠਿਆਈਆਂ ਵੰਡੀਆਂ, ਪੀਰ ਸਾਈਂ ਦੀਆਂ ਤਾਰੀਫਾਂ ਦੇ ਪੁਲ ਬੰਨੇ ਅਤੇ ਲੜਕੇ ਦਾ ਨਾਮ ਮਹਾਰਾਜਾ, ਲੜਕੀ ਦਾ ਨਾਮ ਮਹਾਰਾਣੀ ਰੱਖਿਆ। ਉਹਨਾਂ ਦੀ ਫੌਰਨ ਹੀ ਮੰਗਣੀ ਕਰ ਦਿੱਤੀ ਗਈ। ਮੈਂ ਗੌਰ ਕੀਤਾ ਕਿ ਸਖੀ ਬੀਵੀ ਦੇ ਇਲਾਵਾ ਇੱਥੇ ਸਿਰਫ ਕਿਸਾਨਾਂ ਦੀ ਬੀਵੀਆਂ ਦੀ ਚਰਚਾ ਸੀ ਅਤੇ ਉਹਨਾਂ ਨੂੰ ਇਲਮ ਸੀ ਕਿ ਬੱਚਿਆਂ ਦਾ ਤਾਲੁਕ ਉਹਨਾਂ ਦੇ ਸ਼ੌਹਰਾਂ ਨਾਲ ਹੋਣਾ ਚਾਹੀਦਾ ਹੈ। ਇਸ ਦੌਰਾਨ ਮਾਂ ਹਰ ਕਿਸੇ ਨੂੰ ਬੜੇ ਮਾਣ ਨਾਲ ਕਹਿ ਰਹੀ ਸੀ, ਜਰਾ ਵੇਖੋ ਤਾਂ ਕਿੰਨੇ ਚੰਗੇ ਤਰੀਕੇ ਨਾਲ ਹੀਰ ਐਨੇ ਵੱਡੀ ਘਰ ਗ੍ਰਸਤੀ ਨੂੰ ਸੰਭਾਲਦੀ ਹੈ। ਗੌਰ ਤਾਂ ਕਰੋ ਉਹ ਇੰਨੇ ਸ਼ਾਨਦਾਰ ਖਾਨਦਾਨ ਦਾ ਕਿਸ ਖੂਬੀ ਨਾਲ ਇੱਕ ਹਿੱਸਾ ਬਣ ਗਈ ਹੈ। ਮੈਨੂੰ ਮਾਂ ਨੇ ਕਿਹਾ ਕਿ ਮੈਂ ਤੈਨੂੰ ਨਹੀਂ ਸੀ ਕਿਹਾ ਕਿ ਅੱਲਾ ਹਮੇਸ਼ਾ ਸਾਡੀਆਂ ਫਰਿਆਦਾਂ ਸੁਣਦਾ ਹੈ, ਲੇਕਿਨ ਜੇ ਤੂੰ ਸਬਰ ਖੋ ਬਹਿੰਦੀ ਜਾਂ ਦਿਲ ਡਬੋ ਦਿੰਦੀ ਤਾਂ ਨਤੀਜੇ ਵਿੱਚ ਅੱਲਾ ਦੀਆਂ ਰਹਿਮਤਾਂ ਦੀ ਜਗ੍ਹਾ ਤੈਨੂੰ ਕਾਹਲੀ ਵਿੱਚ ਲਏ ਫੈਸਲੇ ਪੱਲੇ ਪੈਂਦੇ। ਵੇਖ, ਖੁਦਾ ਨੇ ਤੇਰੇ ਤੇ ਕਿੰਨੀਆਂ ਰਹਿਮਤਾਂ ਦੀ ਬਾਰਿਸ਼ ਕਰ ਦਿੱਤੀ ਹੈ। ਉਸ ਦੀ ਗੱਲ ਤਸਲੀਮ ਕਰਨ ਦਾ ਵਿਖਾਵਾ ਕਰਦੇ ਹੋਏ ਮੈਂ ਉਸ ਦਾ ਹੱਥ ਘੁੱਟਿਆ। ਮਾਂ ਨੇ ਫੈਸਲਾ ਕਰ ਦਿੱਤਾ ਸੀ ਕਿ ਮੈਂ ਸੁਖੀ ਹਾਂ ਜਾਂ ਹੋਵਾਂਗੀ ਜਾਂ ਬਿਹਤਰ ਹੈ ਕਿ ਹੋ ਜਾਵਾਂ। ਮਾਂ ਵਿੱਚ ਸੱਚ ਨੂੰ ਮਾਰਨ ਦੀ ਤਾਕਤ ਤਾਂ ਸੀ, ਲੇਕਿਨ ਉਸ ਦਾ ਸਾਹਮਣਾ ਕਰਨ ਦੀ ਨਹੀਂ। ਚਹਿਲ ਕਦਮੀ ਕਰਦੀ ਹੋਈ ਮੈਂ ਸੋਚ ਕੇ ਹੈਰਾਨ ਹੋ ਰਹੀ ਸਾਂ, ਜੇ ਅੱਬਾ ਮਾਂ ਵਰਗਾ ਹੁੰਦਾ। ਆਖਿਰਕਾਰ ਉਹ ਦੋਵੇਂ ਹੀ ਕਮਜ਼ੋਰ ਲੋਕਾਂ ਵਿੱਚੋਂ ਸਨ, ਕਿਉਂਕਿ ਉਹਨਾਂ ਕੋਲ ਵਿਖਾਉਣ ਲਈ ਕੁਝ ਨਹੀਂ ਹੁੰਦਾ। ਉਹ ਮਾਲਦਾਰ ਅਤੇ ਤਾਕਤਵਰ ਲੋਕਾਂ ਦੇ ਕਰੀਬ ਆਉਣ ਦੇ ਲਈ ਲਲਚਾਉਂਦੇ ਰਹਿੰਦੇ ਹਨ। ਅੱਬਾ ਦੇ ਮੌਜੂਦ ਨਾ ਰਹਿਣ ਨਾਲ ਮੈਨੂੰ ਰਾਹਤ ਜਿਹੀ ਮਹਿਸੂਸ ਹੋਈ। ਉਹਨਾਂ ਦੇ ਲਈ ਮਾਂ ਵਰਗਾ ਮੁਖੌਟਾ ਚੜ੍ਹਾਈ ਰੱਖਣਾ ਸ਼ਾਇਦ ਮੁਮਕਿਨ ਨਾ ਹੁੰਦਾ, ਲੇਕਿਨ ਉਹ ਕੀ ਕਰ ਸਕਦੇ ਸਨ। ਅਤੇ ਮੇਰਾ ਦਿਮਾਗ ਫਿਰ ਉਹਨਾਂ ਸੰਭਾਵਨਾਵਾਂ ਵੱਲ ਦੌੜਨ ਲੱਗਾ ਕਿ ਉਹ ਸ਼ਾਇਦ ਮਾਂ ਦੀ ਤਰ੍ਹਾਂ ਦੇ ਹੀ ਹੁੰਦੇ। ਮੈਨੂੰ ਮਾਂ ਤੋਂ ਵੀ ਤਾਂ ਇਹ ਉਮੀਦ ਨਹੀਂ ਸੀ। ਜਦ ਸਖੀ ਬੀਬੀ ਮੇਰੇ ਕੋਲੋਂ ਵਿਦਾ ਹੋਣ ਲੱਗੀ, ਮੈਂ ਦਾਈ ਨੂੰ ਪੁੱਛਿਆ, ਇਸ ਭਲੀ ਔਰਤ ਤੋਂ ਅੰਮਾ ਸਾਈਂ ਨਾਰਾਜ਼ ਕਿਉਂ ਹੈ? ਦਾਈ ਨੇ ਦੱਸਿਆ, ਸਖੀ ਬੀਬੀ ਬੇਔਲਾਦ ਸੀ। ਕਈ ਸਾਲਾਂ ਤੱਕ ਲੋਕ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਉਸ ਨੂੰ ਪੀਰ ਸਾਈਂ ਦੇ ਕੋਲ ਜਾਣਾ ਚਾਹੀਦਾ ਹੈ, ਉਹ ਬਾਂਝਪਨ ਨੂੰ ਦੁਆਵਾਂ ਨਾਲ ਖਤਮ ਕਰ ਦੇਵੇਗਾ, ਲੇਕਿਨ ਉਸਨੇ ਨਾ ਕਰ ਦਿੱਤੀ। ਉਹ ਕਹਿੰਦੀ, ਮੈਂ ਇਸ ਪਖੰਡੀ ਵਿੱਚ ਯਕੀਨ ਕਰਨ ਨਾਲੋਂ ਬੇਔਲਾਦ ਰਹਿਣਾ ਜ਼ਿਆਦਾ ਪਸੰਦ ਕਰਾਂਗੀ। 3 ਸਾਲ ਪਹਿਲਾਂ ਜਦ ਉਸਦੇ ਬੇਟਾ ਹੋਇਆ ਤਾਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਉਹ ਸਾਡੀ ਦੋਸਤ ਨਹੀਂ ਹੈ, ਦਾਈ ਨੇ ਐਲਾਨ ਕੀਤਾ। ਭਰਾ ਔਰਤਾਂ ਦੇ ਸਾਹਮਣੇ ਤਾਂ ਮੈਨੂੰ ਮਿਲ ਨਹੀਂ ਆ ਸਕਿਆ ਸੀ, ਲੇਕਿਨ ਮੇਰੇ ਕੁਨਬੇ ਦੇ ਜਾਣ ਤੋਂ ਪਹਿਲਾਂ ਉਸ ਨੂੰ ਇੱਕ ਖਾਲੀ ਕਮਰੇ ਵਿੱਚ ਲਿਆਂਦਾ ਗਿਆ। ਉਸ ਨੂੰ ਵੇਖ ਕੇ ਵਿਛੋੜੇ ਦੇ ਦਰਦ ਨਾਲ ਮੈਨੂੰ ਚੀਕਣਾ ਚਾਹੀਦਾ ਸੀ, ਲੇਕਿਨ ਮੈਂ ਇਹ ਨਹੀਂ ਕੀਤਾ। ਮੈਂ ਉਸ ਨੂੰ 4 ਸਾਲ ਤੋਂ ਨਹੀਂ ਵੇਖਿਆ ਸੀ। ਉਹ ਵੱਡਾ ਲੱਗਦਾ ਸੀ। ਉਹ ਪਹਿਲਾਂ ਤੋਂ ਲੰਬਾ ਅਤੇ ਪਤਲਾ ਲੱਗਦਾ ਸੀ। ਵੀਰ ਮੇਰੇ ਚਿਹਰੇ ਤੋਂ ਕੁਝ ਤਲਾਸ਼ ਰਿਹਾ ਸੀ। ਮੈਂ ਵੀ ਇਹ ਤਲਾਸ਼ ਰਹੀ ਸੀ ਕਿ ਉਸਨੇ ਕੀ ਜਾਣ ਲਿਆ ਹੈ। ਦੋਹਾਂ ਵਿੱਚੋਂ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਉਹ ਆਪਣੀ ਪੜ੍ਹਾਈ, ਆਪਣੇ ਟੀਚਰਾਂ ਅਤੇ ਭਵਿੱਖ ਬਾਰੇ ਕੁਝ ਬੜਬੜਾਉਂਦਾ ਰਿਹਾ। ਜ਼ਾਹਿਰਾ ਤੌਰ ਤੇ ਮੇਰੀ ਬਦਹਾਲੀ ਨੂੰ ਲੈ ਕੇ ਉਹ ਫਿਕਰਮੰਦ ਨਹੀਂ ਸੀ, ਲੇਕਿਨ ਜਿਸ ਰਫ਼ਤਾਰ ਨਾਲ ਉਹ ਗੱਲ ਕਰ ਰਿਹਾ ਸੀ, ਉਸ ਵਿੱਚੋਂ ਉਸਦੀ ਘਬਰਾਹਟ ਝਲਕਦੀ ਸੀ। ਅਚਾਨਕ ਮੁਖੌਟਾ ਡਿੱਗ ਗਿਆ। ਉਹ ਪੁੱਛ ਬੈਠਾ, ਮਾਂ ਨੂੰ ਨਹੀਂ ਕਹਿਣਾ ਕਿ ਮੈਂ ਕੁਝ ਪੁੱਛਿਆ ਸੀ, ਲੇਕਿਨ ਜਦ ਤੇਰੇ 2 ਬੱਚੇ ਹੋ ਚੁੱਕੇ ਹਨ, ਕੀ ਤੂੰ ਵਾਕਈ ਖੁਸ਼ ਹੈ? ਆਪਣੇ ਅਜ਼ੀਜ਼ ਨੂੰ ਡੁੱਬਣ ਦੇ ਲਈ ਛੱਡ ਦੇਣ ਦੇ ਖਿਆਲ ਨਾਲ ਉਸ ਨੂੰ ਬੇਹੱਦ ਤਕਲੀਫ ਹੋ ਗਈ। ਭਰਾ ਮੇਰੇ ਹੁੰਗਾਰੇ ਦੀ ਉਡੀਕ ਕਰ ਰਿਹਾ ਸੀ ਜੋ ਮੈਂ ਹੀ ਦੇ ਸਕਦੀ ਸਾਂ। ਮੈਂ ਉਸ ਨੂੰ ਦਰਦ ਤੋਂ ਬਚਾਉਣਾ ਚਾਹੁੰਦੀ ਸਾਂ। ਜਦ ਮੈਂ ਆਪਣੀ ਗੱਲ ਕਰ ਚੁੱਕੀ ਤਾਂ ਉਸ ਦਾ ਚਿਹਰਾ ਚਮਕ ਉੱਠਿਆ ਅਤੇ ਉਸਨੇ ਕਿਹਾ, ਖੁਦਾ ਦਾ ਸ਼ੁਕਰ ਹੈ ਆਪਾ। ਉਸ ਦੇ ਕੋਲ ਗਈ ਅਤੇ ਉਸ ਦਾ ਸਿਰ ਆਪਣੀ ਹਿੱਕ ਨਾਲ ਲਾ ਲਿਆ। ਮੇਰਾ ਫਿਕਰ ਨਾ ਕਰ ਭਰਾਵਾ, ਮੈਨੂੰ ਮਾਂ ਦੇ ਰੂਪ ਵਿੱਚ ਵੇਖ ਕੇ ਤੈਨੂੰ ਫਖਰ ਹੋਣਾ ਚਾਹੀਦਾ ਹੈ। ਮੇਰੀ ਸ਼ਾਦੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਜਿਸ ਤੇ ਸ਼ਰਮਿੰਦਾ ਹੋਇਆ ਜਾਵੇ। ਅਤੇ ਪੂਰਾ ਸਮਾਂ ਭਰਾ ਸੁਬਕਦਾ ਰਿਹਾ। ਮੈਂ ਉਸ ਨੂੰ ਤਸੱਲੀ ਦਿੱਤੀ, ਮੇਰੀ ਜ਼ਿੰਦਗੀ ਨੂੰ ਇਸ ਨਜ਼ਰ ਨਾਲ ਨਾ ਤੋਲ ਕਿ ਮੈਂ ਘਰ ਨਹੀਂ ਆ ਸਕਦੀ ਤੇ ਤੂੰ ਇੱਥੇ ਨਹੀਂ ਰੁਕ ਸਕਦਾ। ਇੱਥੇ ਦੇ ਕੁਝ ਰਿਵਾਜ ਸਾਡੇ ਨਾਲੋਂ ਅੱਡ ਅਤੇ ਮੁਸ਼ਕਿਲ ਹਨ, ਲੇਕਿਨ ਉਹਨਾਂ ਨਾਲ ਦੂਸਰੀਆਂ ਚੀਜ਼ਾਂ ਤਾਂ ਖਤਮ ਨਹੀਂ ਹੋ ਜਾਂਦੀਆਂ। ਭਰਾ ਨੇ ਮੇਰੇ ਚਿਹਰੇ ਵੱਲ ਵੇਖਿਆ ਅਤੇ ਵਾਅਦਾ ਲੈਂਦਾ ਹੋਇਆ ਬੋਲਿਆ,
ਮੇਰੀ ਸਹੁੰ ਖਾ ਆਪਾ ਕਿ ਇਹ ਪੂਰਾ ਸੱਚ ਹੈ। ਮੈਂ ਸਹੁੰ ਖਾਧੀ, ਲੇਕਿਨ ਮੈਨੂੰ ਲੱਗਾ ਕਿ ਉਹ ਮੇਰੇ ਮੁੰਨੇ ਹੋਏ ਸਿਰ ਨੂੰ ਕਿਵੇਂ ਭੁੱਲ ਸਕੇਗਾ। ਮਾਂ ਦੀਆਂ ਬੰਦ ਕੀਤੀਆਂ ਹੋਈਆਂ ਅੱਖਾਂ ਤੋਂ ਜ਼ਿਆਦਾ ਚੋਟ ਮੈਨੂੰ ਮੇਰੇ ਭਰਾ ਦੀ ਫਿਕਰਮੰਦੀ ਤੋਂ ਹੋਈ। ਆਪਣੇ ਲਾ ਇਲਾਜ ਦਰਦ ਤੋਂ ਮੈਂ ਆਪਣੇ ਗਰੀਬ ਕੁਨਬੇ ਨੂੰ ਬਚਾਉਣਾ ਚਾਹੁੰਦੀ ਸਾਂ। ਉਹਨਾਂ ਦੀ ਮੁਹੱਬਤ ਦੇ ਵਾਅਦਿਆਂ ਦੀ ਉਮੀਦ ਰੱਖਣਾ ਮੇਰੇ ਹੱਕ ਵਿੱਚ ਖੁਦਗਰਜੀ ਸੀ। ਮੈਨੂੰ ਪਿਆਰ ਕਰਨ ਨਾਲ ਉਹ ਮਾਰੇ ਜਾਣਗੇ। ਮੈਂ ਦੌੜੀ ਦੌੜੀ ਉੱਥੇ ਪਹੁੰਚੀ ਜਿੱਥੇ ਮਾਂ ਬੈਠੀ ਸੀ। ਉਸਨੇ ਸੀਨੇ ਨਾਲ ਲਾਇਆ ਅਤੇ ਬਾਰ-ਬਾਰ ਪਿਆਰ ਕੀਤਾ। ਉਹ ਹੈਰਾਨ ਸੀ ਕਿ ਸਾਡੇ ਵਿਚਲੀਆਂ ਦੂਰੀਆਂ ਕਿਵੇਂ ਮਿਟ ਗਈਆਂ। ਧੰਨਵਾਦ।